सत श्री अकाल जी सारिਆਂ ਨੂੰ। मैं ਤੁਹਾਡਾ ਆਪਣਾ ਸਤਨਾਮ ਸਿੰਘ ਕੈਂਥ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਵਾਸਤੇ ਜਿਹੜਾ ਅਸੀਂ ਉਪਰਾਲਾ ਕਰ ਰਹੇ ਹਾਂ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰਨ ਦਾ, ਫ੍ਰੀ ਤਿਆਰੀ ਕਰਵਾਉਣ ਦਾ ਪੰਜਾਬੀ ਦੀ ਸਪੈਸ਼ਲੀ, ਤਾਂ ਕਿ ਮਾਂ ਬੋਲੀ ਦਾ ਕਰਜ਼ ਅਸੀਂ ਅਦਾ ਕਰ ਸਕੀਏ। ਤਾਂ ਜ਼ਿਆਦਾ ਗੱਲਾਂ ਨਾ ਕਰਦੇ ਹੋਏ, ਕਿਉਂਕਿ ਅੱਜ ਦਾ ਲੈਕਚਰ ਵੀ ਕੱਲ੍ਹ ਦੇ ਲੈਕਚਰ ਵਾਂਗੂ ਥੋੜ੍ਹਾ ਜਿਹਾ ਲੰਬਾ ਜਾ ਸਕਦਾ ਹੈ, ਤਾਂ ਮੈਂ ਚਾਹੁੰਦਾ ਕਿ ਜ਼ਿਆਦਾ ਗੱਲਾਂ ਨਾ ਕਰੀਏ ਤਾਂ ਸਿੱਧਾ ਸ਼ੁਰੂ ਕਰੀਏ। ਅੱਜ ਆਪਾਂ ਆਖਰੀ ਕਵੀ ਦੂਸਰੇ ਦੌਰ ਦੇ ਜਿਹੜੇ ਆਪਣੇ ਸਿਲੇਬਸ ਦੇ ਅਨੁਸਾਰ ਨੇ, ਦੂਸਰੇ ਦੌਰ ਦੇ ਆਖਰੀ ਕਵੀ ਦਾ ਜ਼ਿਕਰ ਕਰਾਂਗੇ। ਕਵੀ ਦੀ ਥਾਂ 'ਤੇ ਅਗਰ ਮੈਂ ਕਵਿੱਤਰੀ ਕਹਾਂ ਤਾਂ ਤੁਸੀਂ ਸਮਝ ਜਾਓਗੇ ਕਿ ਅੱਜ ਆਪਾਂ ਕਿਹਦਾ ਜ਼ਿਕਰ ਕਰਨ ਵਾਲੇ ਹਾਂ। ਹਾਂਜੀ ਹਾਂ, ਬਿਲਕੁਲ, ਅੱਜ ਆਪਾਂ ਕਰਾਂਗੇ ਅੰਮ੍ਰਿਤਾ ਪ੍ਰੀਤਮ, ਦੂਜੇ ਦੌਰ ਦੇ ਆਪਣੇ ਆਖਰੀ ਕਵਿੱਤਰੀ। ਪ੍ਰਵਿਰਤੀ ਸਭ ਨੂੰ ਪਤਾ ਹੈ ਕਿ ਅੰਮ੍ਰਿਤਾ ਪ੍ਰੀਤਮ ਦੇ ਅਤੇ ਪ੍ਰੋਫੈਸਰ ਮੋਹਨ ਸਿੰਘ ਦੇ ਕਾਵਧਾਰਾ ਵਿੱਚ ਪ੍ਰਵੇਸ਼ ਕਰਨ ਨਾਲ ਦੋ ਪ੍ਰਵਿਰਤੀਆਂ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਚੱਲਿਆ ਸੀ। ਯਾਨੀ ਕਿ ਜਿਹੜੀ ਇਹ ਪ੍ਰਵਿਰਤੀ ਦੀ ਧਾਰਨੀ ਹੈ ਅੰਮ੍ਰਿਤਾ ਪ੍ਰੀਤਮ, ਉਹ ਹੈਗੀ ਰੋਮਾਂਟਿਕ ਪ੍ਰਗਤੀਵਾਦੀ ਪ੍ਰਵਿਰਤੀ। ਤਾਂ ਰੋਮਾਂਸ ਅਤੇ ਪ੍ਰਗਤੀਵਾਦੀ ਵਿਚਾਰਾਂ ਦੇ ਰਲਾ ਨੂੰ ਇਹਨੇ ਆਪਣੀਆਂ ਰਚਨਾਵਾਂ ਵਿੱਚ ਰਚਿਆ। ਤਾਂ ਅਗਰ ਇਹਨਾਂ ਦੇ ਜਨਮ ਦੀ ਗੱਲ ਕਰੀਏ ਅੰਮ੍ਰਿਤਾ ਪ੍ਰੀਤਮ ਦੇ, ਤਾਂ ਇਹਨਾਂ ਦਾ ਜਨਮ 31 ਅਗਸਤ 1919 ਈਸਵੀ ਨੂੰ ਗੁਜਰਾਂਵਾਲਾ ਜ਼ਿਲ੍ਹਾ ਪਾਕਿਸਤਾਨ ਦੇ ਵਿੱਚ ਗੁਜਰਾਂਵਾਲਾ ਜ਼ਿਲ੍ਹਾ ਪੈਂਦਾ, ਇਹ ਇੱਕ ਇਲਾਕਾ ਪੈਂਦਾ ਹੈ। ਪਿਤਾ ਸਰਦਾਰ ਕਰਤਾਰ ਸਿੰਘ ਹਿਤਕਾਰੀ ਅਤੇ ਮਾਤਾ ਬੀਬੀ ਰਾਜ ਕੌਰ ਦੇ ਗ੍ਰਹਿ ਵਿਖੇ ਜਿਹੜਾ ਇਹਨਾਂ ਦਾ ਜਨਮ ਹੋਇਆ। ਇਹਨਾਂ ਨੇ ਜਿਹੜੀ ਮੁੱਢਲੀ ਸਿੱਖਿਆ ਇਹ ਮੰਨਿਆ ਜਾਂਦਾ ਕਿ ਇਹਨਾਂ ਨੇ ਜਿਹੜੀ ਐਜੂਕੇਸ਼ਨ ਹੈ ਆਪਣੀ ਉਹ 10ਵੀਂ ਤੱਕ ਹੀ ਹਾਸਲ ਕੀਤੀ। ਇਹ ਗੱਲ ਮੰਨੀ ਜਾਂਦੀ ਹੈ ਕਿ 10ਵੀਂ ਤੱਕ ਇਹਨਾਂ ਨੇ ਐਜੂਕੇਸ਼ਨ ਹਾਸਲ ਕੀਤੀ। ਫਿਰ ਇਹਨਾਂ ਨੇ 1932 ਵਿੱਚ ਵਿਦਵਾਨੀ ਅਤੇ 1933 ਵਿੱਚ ਗਿਆਨੀ ਦੀ ਪ੍ਰੀਖਿਆ ਵੀ ਪਾਸ ਕਰ ਲਈ। ਵਿਆਹ ਜਿਹੜਾ ਹੋਇਆ ਇਹਨਾਂ ਦਾ ਪ੍ਰੀਤਮ ਸਿੰਘ ਕਵਾਤੜਾ ਜੀ ਨਾਲ ਹੋਇਆ 1 ਦਸੰਬਰ 1936 ਦੇ ਵਿੱਚ, ਜਿਸ ਤੋਂ ਇਹਨਾਂ ਦੇ ਘਰ ਇੱਕ ਪੁੱਤਰ ਨਵਰਾਜ ਅਤੇ ਬੇਟੀ ਕੰਦਲਾ ਦਾ ਜਨਮ ਹੋਇਆ। ਸਾਹਿਤ ਵਿੱਚ ਜਿੱਥੇ ਇਹਨਾਂ ਦੀ ਰੁਚੀ ਸੀ, ਉਸ ਦੇ ਨਾਲ ਨਾਲ ਇਹ ਕਾਫੀ ਕਲਾਵਾਂ ਵਿੱਚ ਮਾਹਿਰ ਸਨ, ਜਿਵੇਂ ਫੋਟੋਗ੍ਰਾਫੀ, ਨ੍ਰਿਤ, ਸੰਗੀਤ, ਇਸ ਤਰ੍ਹਾਂ ਦੀਆਂ ਕਲਾਵਾਂ ਵਿੱਚ ਇਹਨਾਂ ਦੀ ਕਾਫੀ ਦਿਲਚਸਪੀ ਸੀ। ਇਹਨਾਂ ਨੇ ਕਵਿਤਾਵਾਂ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਆਪਣੀ ਕਾਵਿ ਰਚਨਾ ਕੀਤੀ ਹੈ। ਖੁੱਲ੍ਹੀ ਕਵਿਤਾ ਦਾ ਵੀ ਇਹਨਾਂ ਨੇ ਇਸਤੇਮਾਲ ਕੀਤਾ ਹੈ, ਛੰਦਬੱਧ ਕਵਿਤਾ ਦਾ ਵੀ ਇਸਤੇਮਾਲ ਕੀਤਾ ਹੈ, ਗਜ਼ਲ, ਪ੍ਰਗੀਤ, ਬਿਰਤਾਂਤਕ ਕਵਿਤਾ, ਸੰਬੋਧਨੀ ਕਵਿਤਾ, ਮਤਲਬ ਬਹੁਤ ਸਾਰੇ ਕਾਵਿ ਰੂਪਾਕਾਰਾਂ ਦੇ ਉੱਤੇ ਇਹਨਾਂ ਨੇ ਹੱਥ ਅਜ਼ਮਾਇਆ ਜਾਂ ਕਲਮ ਅਜ਼ਮਾਈ ਹੈ। ਕਵਿਤਾ ਤੋਂ ਇਲਾਵਾ ਜਿੱਥੇ ਕਵਿਤਾ ਦੀਆਂ ਵੱਖ-ਵੱਖ ਵਿਧਾਵਾਂ ਦਾ ਆਪਾਂ ਉੱਪਰ ਜ਼ਿਕਰ ਕੀਤਾ ਹੈ, ਉੱਥੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਦੇ ਉੱਤੇ ਵੀ ਇਹਨਾਂ ਨੇ ਬਹੁਤ ਕੁਛ ਰਚਿਆ। ਯਾਨੀ ਕਿ ਕਵਿਤਾ ਤੋਂ ਇਲਾਵਾ ਇਹਨਾਂ ਨੇ ਕਹਾਣੀ, ਨਾਵਲ, ਸਵੈ ਜੀਵਨੀ ਵੀ ਮਿਲਦੀ ਹੈ ਇਹਨਾਂ ਦੀ, ਸਫ਼ਰਨਾਮਾ, ਸੰਸਮਰਨ, ਜਿਹਨੂੰ ਯਾਦਾਂ ਕਹਿ ਦਿੰਦੇ ਆਪਾਂ, ਉਹਦੇ ਉੱਪਰ ਵੀ ਹੱਥ ਅਜ਼ਮਾਇਆ ਹੈ। ਪਰੰਤੂ ਜ਼ਿਆਦਾ ਜਿਹੜੇ ਇਹ ਲੋਕਪ੍ਰਿਯ ਹੋਈ ਹੈ ਅੰਮ੍ਰਿਤਾ ਪ੍ਰੀਤਮ, ਉਹ ਆਪਣੇ ਕਾਵਿ ਸੰਸਾਰ ਕਰਕੇ ਹੋਈ ਹੈ, ਆਪਣੀ ਕਾਵਿ ਰਚਨਾ ਕਰਕੇ ਹੋਈ ਹੈ। ਆਪਣੇ ਸ਼ੁਰੂਆਤੀ ਦੌਰ ਵਿੱਚ ਹੀ ਇਹਨਾਂ ਨੇ ਇੱਕ ਮਾਸਿਕ ਪੱਤਰ ਵੀ ਜਾਰੀ ਕੀਤਾ, ਜਿਹਦਾ ਨਾਮ ਹੈਗਾ ਜੀ ਨਵੀਂ ਦੁਨੀਆ। ਨਵੀਂ ਦੁਨੀਆ ਨਾਮਕ ਮਾਸਿਕ ਪੱਤਰ ਜਿਹੜਾ ਹੈਗਾ ਇਹਨਾਂ ਨੇ ਜਾਰੀ ਕੀਤਾ। ਕੁਝ ਸਮਾਂ ਉਹ ਚੱਲਿਆ ਅਤੇ ਮਗਰੋਂ ਉਹ ਬੰਦ ਹੋ ਗਿਆ। ਉਸ ਤੋਂ ਮਗਰੋਂ ਇਸ ਨੇ ਇਮਰੋਜ਼ ਨਾਲ ਮਿਲ ਕੇ 1966 ਵਿੱਚ ਨਾਗਮਣੀ ਨਾਮ ਦਾ ਰਸਾਲਾ ਕੱਢਿਆ। ਕਾਫੀ ਫੇਮਸ ਹੈ ਇਹ, ਕਾਫੀ ਮਹੱਤਵਪੂਰਨ ਪ੍ਰਸ਼ਨ ਬਣਦਾ ਇਹ
ਨਾਗਮਣੀ ਨਾਮ ਦਾ ਰਸਾਲਾ ਅੰਮ੍ਰਿਤਾ ਪ੍ਰੀਤਮ ਨੇ ਕੱਢਿਆ 1966 ਦੇ ਵਿੱਚ। ਇਹ ਵੀ ਇੱਕ ਮਾਸਿਕ ਰਸਾਲਾ ਹੈ। ਇਮਰੋਜ਼ ਨਾਲ ਮਿਲ ਕੇ ਇਹਨੇ ਇਹ ਰਸਾਲਾ ਕੱਢਿਆ ਸੀ। ਜਦੋਂ ਇਹਨਾਂ ਨੇ ਆਪਣੇ ਕਾਵਿ ਸਫ਼ਰ ਦੀ ਸ਼ੁਰੂਆਤ ਕੀਤੀ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਠੰਡੀਆਂ ਕਿਰਨਾਂ ਕਾਵਿ ਸੰਗ੍ਰਹਿ ਨੂੰ ਕਲਮਬੱਧ ਕੀਤਾ। ਯਾਨੀ ਕਿ ਠੰਡੀਆਂ ਕਿਰਨਾਂ ਇਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਹੈ ਜੋ ਕਿ 1935 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਮਤਲਬ ਇਹਨਾਂ ਨੇ 1935 ਵਿੱਚ ਇੱਕ ਤਰੀਕੇ ਨਾਲ ਸੰਪੂਰਨ ਤੌਰ 'ਤੇ ਲਿਖਣਾ ਸ਼ੁਰੂ ਕੀਤਾ। ਅੱਗੇ ਗੱਲ ਕਰੀਏ ਤਾਂ ਇਹਨਾਂ ਨੇ ਜਿਹੜੇ ਹੈਗੇ ਆ ਕੁੱਲ ਮਿਲਾ ਕੇ 1947 ਤੋਂ ਪਹਿਲਾਂ ਹੀ ਬਹੁਤ ਕਾਵਿ ਸਿਰਜਣਾ ਕਰਤੀ ਸੀ। ਕੁੱਲ ਇਹਨਾਂ ਦੇ 9 ਕਾਵਿ ਸੰਗ੍ਰਹਿ ਮਿਲਦੇ ਨੇ 1947 ਤੋਂ ਪਹਿਲਾਂ ਹੀ, ਜਿਨ੍ਹਾਂ ਦਾ ਜ਼ਿਕਰ ਆਪਾਂ ਅੱਗੇ ਜਾ ਕੇ ਕਰਦੇ ਹਾਂ। ਹਾਂ, ਇੱਥੇ ਇੱਕ ਗੱਲ ਦੱਸਣਯੋਗ ਹੈ ਕਿ ਜਿਹੜੇ ਇਹ ਸਾਰੇ 9 ਦੇ 9 ਕਾਵਿ ਸੰਗ੍ਰਹਿ ਨੇ, ਇਹਨਾਂ ਵਿੱਚ ਮੁੱਖ ਤੌਰ 'ਤੇ ਜਿਹੜਾ ਇਹਨਾਂ ਦਾ ਵਿਸ਼ਾ ਰਿਹਾ ਕਵਿਤਾਵਾਂ ਦਾ, ਇਸ ਵਿਚਲੀਆਂ 9 ਸੰਗ੍ਰਹਿਆਂ ਵਿਚਲੀਆਂ ਕਵਿਤਾਵਾਂ ਦਾ, ਤਾਂ ਉਹ ਇੱਕ ਪ੍ਰੇਮ ਦਾ ਵਿਸ਼ਾ ਰਿਹਾ। ਆਦਰਸ਼ਵਾਦੀ ਪ੍ਰੇਮ ਦਾ ਵਿਸ਼ਾ ਇਹਨਾਂ ਨੇ ਇਹਨਾਂ ਕਵਿਤਾਵਾਂ ਲਈ ਚੁਣਿਆ। ਦੇਸ਼ ਵੰਡ ਤੋਂ ਮਗਰੋਂ ਇਹਨਾਂ ਨੇ ਲਗਭਗ 12 ਕਾਵਿ ਸੰਗ੍ਰਹਿ ਹੋਰ ਰਚੇ ਤੇ ਪਰਿਵਾਰ ਸਮੇਤ ਹੀ ਇਹ ਦੇਸ਼ ਵੰਡ ਤੋਂ ਮਗਰੋਂ ਪਹਿਲਾਂ ਦੇਹਰਾਦੂਨ ਆ ਕੇ ਰਹਿਣ ਲੱਗੀ ਤੇ ਮਗਰੋਂ ਫਿਰ ਇਹਨੇ ਦਿੱਲੀ ਵਰਗੇ ਸ਼ਹਿਰ ਵਿੱਚ ਆਪਣੇ ਪੈਰ ਧਰੇ। ਮਤਲਬ ਉੱਥੇ ਇਹ ਰਹਿਣ ਲੱਗੀ ਤੇ ਆਪਣੇ ਸਾਹਿਤਿਕ ਸਫ਼ਰ ਨੂੰ ਜਾਰੀ ਰੱਖਿਆ ਤੇ ਵੰਡ ਤੋਂ ਬਾਅਦ 12 ਸੰਗ੍ਰਹਿ ਜਿਹੜੇ ਹੈਗੇ ਨੇ ਕਾਵਿ ਸੰਗ੍ਰਹਿ ਉਹ ਪੰਜਾਬੀ ਸਾਹਿਤ ਦੀ ਝੋਲੀ ਪਾਏ। ਸ਼ੁਰੂਆਤੀ ਦੌਰ ਦੀ ਗੱਲ ਕਰੀਏ ਤਾਂ ਜਿਹੜੀਆਂ ਇਹਨਾਂ ਨੇ ਨਜ਼ਮਾਂ ਲਿਖੀਆਂ ਉਹਦੇ ਵਿੱਚ ਰਵਾਇਤੀ ਰੰਗ ਹੀ ਸੀ, ਉਹੀ ਪੁਰਾਣਾ ਰੰਗ ਸੀ। ਪਰ ਮਗਰੋਂ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਨਿੱਜੀ ਪੀੜਾ ਜਿਹੜੀ ਇਹਨਾਂ ਦੀ ਹੈਗੀ ਸੀ, ਕਿਉਂਕਿ ਵਿਆਹ ਕਿਤੇ ਹੋਰ ਹੋਣਾ, ਸਭ ਜਾਣਦੇ ਹਾਂ ਕਿ ਰਿਸ਼ਤਾ ਇਮਰੋਜ਼ ਨਾਲ ਰੱਖਦੀ ਸੀ ਇਹ। ਵਿਆਹ ਇਹਨਾਂ ਦਾ ਪ੍ਰੀਤਮ ਸਿੰਘ ਕਵਾਤਰਾ ਜੀ ਨਾਲ ਹੋ ਗਿਆ, ਤਾਂ ਇੱਕ ਤਰ੍ਹਾਂ ਫਿਰ ਇੱਛਾ ਦੀ ਪੂਰਤੀ ਨਹੀਂ ਹੋਈ ਹੈਗੀ। ਜਿੱਥੇ ਵਿਆਹ ਮਤਲਬ ਜਿਹਦੇ ਨਾਲ ਇਸ਼ਕ ਕਰਦੀ ਸੀ ਉਹਦੇ ਨਾਲ ਵਿਆਹ ਨਾ ਹੋਣਾ, ਤਾਂ ਇੱਕ ਦੁਖਦਾਈ ਨਿੱਜੀ ਪੀੜਾ ਬੰਦਾ ਹੰਢਾਉਣ ਲੱਗ ਜਾਂਦਾ ਹੈ। ਤਾਂ ਉਹ ਨਿੱਜੀ ਪੀੜਾ ਦੇ ਦਰਦ ਨੂੰ ਇਹਨੇ ਸਮੂਹਕ ਮਨੁੱਖਤਾ ਨੂੰ ਦੇ ਦੁੱਖਾਂ ਸੁੱਖਾਂ ਦੀ ਬਾਤ ਪਾਉਣ ਲੱਗ ਪਈ ਆਪਣੀ ਨਿੱਜੀ ਪੀੜਾ ਦੇ ਵਿੱਚ। ਨਿੱਜੀ ਪੀੜਾ ਦੇ ਜ਼ਰੀਏ ਦਰਦ ਨਿੱਜੀ ਸੀ ਪਰ ਉਹਨੂੰ ਸਮੂਹਕ ਬਣਾ ਕੇ, ਲੋਕਾਂ ਦੀ ਪੀੜਾ ਬਣਾ ਕੇ, ਮਨੁੱਖਤਾ ਦੇ ਦੁੱਖਾਂ ਸੁੱਖਾਂ ਨੂੰ ਅਪਣਾ ਕੇ, ਮਤਲਬ ਉਹਦੇ ਵਿੱਚ ਉਹਦੇ ਨਾਲ ਸੁਮੇਲ ਕਰਕੇ ਇਹਨੇ ਪੇਸ਼ ਕੀਤਾ ਆਪਣੀ ਨਿੱਜੀ ਪੀੜ ਨੂੰ। ਫਿਰ ਤੀਜੇ ਪੜਾਅ 'ਤੇ ਜਾ ਕੇ ਗੱਲ ਕਰੀਏ ਤਾਂ ਇਹ ਬਿਲਕੁਲ ਆਤਮਮੁਖੀ ਹੋ ਗਈ, ਨਿਰੋਲ ਆਤਮਮੁਖੀ ਹੋ ਗਈ। ਆਤਮਮੁਖੀ ਮਤਲਬ ਆਪਣੇ ਆਪ ਨਾਲ ਗੱਲਾਂ ਕਰਨ ਵਾਲਾ ਪਰਸਨ, ਠੀਕ ਹੈ। ਥੋੜ੍ਹਾ ਜਿਹਾ ਪ੍ਰਗਤੀਵਾਦੀ ਤੋਂ ਥੋੜ੍ਹਾ ਜਿਹਾ ਨੀਚੇਲੇ ਲੈਵਲ 'ਤੇ ਆ ਜਾਣਾ, ਵਾਪਸ ਨੂੰ ਪਰਤਣਾ, ਚੁੱਪ ਕਰ ਜਾਣਾ ਇੱਕ ਆਪਾਂ ਕਹਿ ਦਿੰਦੇ ਹਾਂ। ਬਹੁਤ ਥੋੜ੍ਹਾ ਲਿਖਣਾ, ਕੋਮਲ ਭਾਵ ਅਪਣਾਉਣ ਲੱਗ ਜਾਣੇ। ਕਿਤੇ ਦਾ ਬੰਦਾ ਬਹੁਤ ਤਿੱਖਣ ਹੈ ਤੇ ਤਿੱਖਣ ਭਾਵਾਂ ਤੋਂ ਕੋਮਲ ਭਾਵਾਂ 'ਤੇ ਆ ਜਾਣਾ, ਤਾਂ ਅਖੀਰ ਵਿੱਚ ਇਹ ਕੋਮਲ ਭਾਵਾਂ ਵਾਲੀ ਰਚਨਾ ਰਚਨ ਲੱਗ ਪਈ ਸੀ। ਅੱਗੇ ਜਾ ਕੇ ਆਪਾਂ ਉਸ ਸੰਗ੍ਰਹਿ ਦਾ ਜ਼ਿਕਰ ਕਰਾਂਗੇ। ਅੱਗੇ ਗੱਲ ਕਰੀਏ ਤਾਂ ਆਪਾਂ ਯਾਨੀ ਕਿ ਇਹਨਾਂ ਦੇ ਹੁਣ ਆਪਾਂ 3 ਪੜਾਅ ਮੰਨ ਕੇ ਚੱਲ ਸਕਦੇ ਹਾਂ। ਸ਼ੁਰੂ ਵਿੱਚ ਤਾਂ ਇਹ ਰਵਾਇਤੀ ਰੰਗ ਇਹਨਾਂ 'ਤੇ ਭਾਰੀ ਸੀ, ਮਗਰੋਂ ਨਿੱਜੀ ਪੀੜ ਇਹਨਾਂ ਨੇ ਜਿਹੜੀ ਹੰਢਾਈ ਉਹਨੂੰ ਸਮੂਹਕ ਮਨੁੱਖਤਾ ਦੇ ਦੁੱਖਾਂ ਸੁੱਖਾਂ ਦੇ ਜ਼ਰੀਏ ਆਪਣੀਆਂ ਰਚਨਾਵਾਂ ਵਿੱਚ ਪੇਸ਼ ਕੀਤਾ, ਤੇ ਤੀਸਰਾ ਇਹ ਬਿਲਕੁਲ ਆਤਮਮੁਖੀ ਭਾਵਾਂ ਵਾਲੀ ਹੋ ਗਈ ਸੀ। ਅੰਮ੍ਰਿਤਾ ਪ੍ਰੀਤਮ ਨੂੰ ਪ੍ਰਿੰਸੀਪਲ ਤੇਜਾ ਸਿੰਘ ਨੇ ਇੱਕ ਖਾਸ ਇਹਨਾਂ ਨੂੰ ਇੱਕ ਖਾਸ ਆਪਾਂ ਕਹੀਏ ਕਿ ਨਾਮ ਦਿੱਤਾ, ਪੰਜਾਬ ਦੀ ਆਵਾਜ਼। ਤਾਂ ਪੰਜਾਬ ਦੀ ਆਵਾਜ਼ ਪ੍ਰਿੰਸੀਪਲ ਤੇਜਾ ਸਿੰਘ ਨੇ ਇਹਨਾਂ ਨੂੰ ਕਿਹਾ। ਅਗਰ ਇਹਨਾਂ ਦੇ ਮਾਣ ਸਨਮਾਨ ਦੀ ਗੱਲ ਕਰ ਲਈਏ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਾਹਿਤ ਅਕਾਦਮੀ ਅਵਾਰਡ, ਜਿਹੜਾ ਦਿੱਲੀ ਸਾਹਿਤ ਅਕਾਦਮੀ ਵੱਲੋਂ ਦਿੱਤਾ ਜਾਂਦਾ ਹੈ, ਭਾਰਤੀ ਸਾਹਿਤ ਅਕਾਦਮੀ ਅਵਾਰਡ।
1956 ਵਿੱਚ ਮਿਲਿਆ ਇਹਨਾਂ ਨੂੰ। ਸੁਨੇਹੜੇ ਨਾਮ ਦੀ ਇਹਨਾਂ ਦੀ ਪੁਸਤਕ ਹੈ, ਉਹਦੇ ਲਈ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ 1956 ਵਿੱਚ। ਪ੍ਰਕਾਸ਼ਿਤ ਇਹ 1955 'ਚ ਹੋਈ ਸੀ, ਇਹ ਯਾਦ ਰੱਖਣਾ ਹੈ। ਪ੍ਰਕਾਸ਼ਿਤ 1955 'ਚ ਹੋਈ ਸੀ, ਪਰ ਜਿਹੜਾ ਸਨਮਾਨ ਮਿਲਿਆ ਸਾਹਿਤ ਅਕਾਦਮੀ ਦਿੱਲੀ ਵੱਲੋਂ ਉਹ 1956 'ਚ ਮਿਲਿਆ। ਇਹ ਜਿਹੜੀ ਪੁਸਤਕ ਹੈ ਇਹਨਾਂ ਦੀ ਸੁਨੇਹੜੇ, ਇਹਨੇ ਆਪਣੇ ਪ੍ਰੇਮੀ ਸਾਹਿਰ ਲੁਧਿਆਣਵੀ ਵੀ ਇਹਦਾ ਪ੍ਰੇਮੀ ਹੋਇਆ, ਤਾਂ ਉਸ ਅਤੇ ਉਸ ਦੀਆਂ ਯਾਦਾਂ ਨੂੰ ਇਹਨੇ ਸਮਰਪਿਤ ਕੀਤੀ ਹੈ। ਯਾਨੀ ਕਿ ਸਮਰਪਿਤ ਕਿਹਨੂੰ ਕੀਤੀ ਹੈ? ਸਾਹਿਰ ਲੁਧਿਆਣਵੀ ਨੂੰ, ਇਹ ਯਾਦ ਰੱਖਣਾ, ਜੋ ਕਿ ਇਹਦਾ ਪ੍ਰੇਮੀ ਸੀ। ਫਿਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਵੀ ਇਹਨਾਂ ਨੂੰ ਸਨਮਾਨ ਕੀਤਾ ਗਿਆ। ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਦਰਜਾ ਮਿਲਿਆ 1957 ਈਸਵੀ ਵਿੱਚ। ਫਿਰ ਪਦਮ ਸ਼੍ਰੀ ਅਵਾਰਡ ਨਾਲ ਨਿਵਾਜਿਆ ਗਿਆ 1969 ਈਸਵੀ ਵਿੱਚ। ਫਿਰ ਇੱਕ ਗਿਆਨਪੀਠ ਨਾਮ ਦਾ ਪੁਰਸਕਾਰ ਵੀ ਬਹੁਤ ਵੱਡਾ ਪੁਰਸਕਾਰ ਇਹਨਾਂ ਨੂੰ ਮਿਲਿਆ, ਕਾਗਜ਼ ਤੇ ਕੈਨਵਸ ਕਾਵਿ ਸੰਗ੍ਰਹਿ ਲਿਖਣ ਕਰਕੇ 1982 ਈਸਵੀ ਦੇ ਵਿੱਚ। ਪੋਲੀਟਿਕਸ ਦੇ ਵਿੱਚ ਵੀ ਇਹ ਰਹੀ, ਰਾਜ ਸਭਾ ਦੀ ਮੈਂਬਰ ਰਹੀ। ਠੀਕ ਹੈ ਜੀ। 1986 ਦੇ ਵਿੱਚ ਇਹਨੂੰ ਨਾਮਜ਼ਦ ਕੀਤਾ ਗਿਆ। ਲਾਈਫ ਟਾਈਮ ਅਚੀਵਮੈਂਟ ਅਵਾਰਡ ਜਿਹੜਾ ਸਾਰੀ ਜ਼ਿੰਦਗੀ ਬਤੀਤ ਕਰਨ ਵਾਲੇ ਨੂੰ ਮਿਲਦਾ, ਵਧੀਆ ਉਹਦੇ ਆਚਰਣ ਨੂੰ, ਵਧੀਆ ਉਹਦੇ ਕੰਮਕਾਰ ਨੂੰ ਦੇਖ ਕੇ ਸਾਰਾ ਕੁਝ ਦੇਖਿਆ ਜਾਂਦਾ। ਲਾਈਫ ਟਾਈਮ ਅਚੀਵਮੈਂਟ ਅਵਾਰਡ ਇਹਨੂੰ ਮਿਲਿਆ 2002 ਈਸਵੀ ਦੇ ਵਿੱਚ, ਜਿਹਦੇ ਵਿੱਚ ਇਹਨਾਂ ਨੂੰ 15 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਫਿਰ ਅਗਰ ਇੱਕ ਮੁੱਖ ਤੌਰ 'ਤੇ ਇਹਨਾਂ ਦੇ ਇੱਕ ਰਚਨਾ ਉੱਤੇ ਫਿਲਮ ਬਣੀ ਹੈ, ਉਹ ਰਚਨਾ ਦੀ ਜਿਹੜੀ ਵਿਧਾ ਹੈ ਉਹ ਹੈਗੀ ਨਾਵਲ। ਕਿਉਂਕਿ ਫਿਲਮ ਬਣੀ ਹੈ ਇੱਥੇ, ਇਸ ਲਈ ਆਪਾਂ ਜ਼ਿਕਰ ਕਰ ਰਹੇ ਹਾਂ। ਤਾਂ ਉਹ ਨਾਵਲ ਸੀ ਪਿੰਜਰ। ਪਿੰਜਰ ਉੱਤੇ ਇੱਕ ਫਿਲਮ ਦਾ ਨਿਰਮਾਣ ਵੀ ਕੀਤਾ ਇਹਨਾਂ ਨੇ ਜੀ। ਸੰਨ 2003 ਦੇ ਵਿੱਚ ਨਿਰਮਾਣ ਹੋਇਆ ਇਹਨਾਂ ਦੀ ਫਿਲਮ ਪਿੰਜਰ ਦੇ ਉੱਤੇ, ਇੱਕ ਫਿਲਮ ਬਣੀ। ਨਿਰਮਾਣ ਕੀਤਾ ਜੀ ਚੰਦਰ ਪ੍ਰਕਾਸ਼ ਦਿਵੇਦੀ ਨੇ। ਠੀਕ ਹੈ ਜੀ। 2003 ਵਿੱਚ ਪਿੰਜਰ ਨਾਵਲ ਜਿਹੜਾ ਇਹਨਾਂ ਦਾ ਹੈਗਾ ਸੀ, ਉਹਦੇ ਉੱਤੇ ਇੱਕ ਫਿਲਮ ਦਾ ਨਿਰਮਾਣ ਹੋਇਆ, ਜਿਹਦਾ ਨਿਰਮਾਣ ਚੰਦਰ ਪ੍ਰਕਾਸ਼ ਦਿਵੇਦੀ ਨੇ ਕੀਤਾ। ਜੀਵਨ ਦੇ ਆਖਰੀ ਵਰ੍ਹਿਆਂ ਵਿੱਚ ਸੰਨ 2004 ਦੇ ਵਿੱਚ, ਕਿਉਂਕਿ 2005 'ਚ ਜਾ ਕੇ ਇਹਨਾਂ ਦੀ ਡੈਥ ਹੋ ਗਈ ਸੀ, 2004 ਦੇ ਵਿੱਚ ਇਹਨਾਂ ਨੂੰ ਪਦਮ ਵਿਭੂਸ਼ਣ ਅਵਾਰਡ ਮਿਲਿਆ। ਯਾਦ ਰੱਖਿਓ, ਪਦਮ ਭੂਸ਼ਣ ਨਹੀਂ ਕਹਿ ਰਿਹਾ ਮੈਂ, ਪਦਮ ਵਿਭੂਸ਼ਣ ਕਹਿ ਰਿਹਾ, ਫਰਕ ਹੈ ਇਹਨਾਂ ਵਿੱਚ। ਤਾਂ 2004 ਵਿੱਚ ਇਹਨੂੰ ਇਹ ਅਵਾਰਡ ਮਿਲਿਆ। ਆਖਿਰ ਵਿੱਚ ਫਿਰ ਇੰਨਾ ਕੁਛ, ਇੰਨਾ ਯੋਗਦਾਨ ਪਾਉਣ, ਇੰਨੇ ਮਾਣ ਸਨਮਾਨ ਹਾਸਲ ਕਰਨ ਤੋਂ ਮਗਰੋਂ ਇੱਕ ਬਹੁਤ ਹੀ ਉੱਤਮ ਕਵਿੱਤਰੀ ਦਾ ਦੇਹਾਂਤ ਹੋਇਆ। ਇਸ ਸੰਸਾਰ ਨੂੰ ਇਹ ਅਲਵਿਦਾ ਕਹਿ ਗਏ 31 ਅਕਤੂਬਰ 2005 ਈਸਵੀ ਨੂੰ। ਇਹ ਹਮੇਸ਼ਾ ਲਈ ਸਾਡੇ ਤੋਂ ਵਿਦਾ ਹੋ ਗਏ। ਹੁਣ ਅਗਰ ਗੱਲ ਕਰੀਏ ਅੰਮ੍ਰਿਤਾ ਪ੍ਰੀਤਮ ਦੇ ਕਾਵਿ ਸੰਗ੍ਰਹਿ ਦੀ ਵਾਰੀ ਸਿਰ, ਜਿਸ ਤਰ੍ਹਾਂ ਕਿ ਪਹਿਲਾਂ ਹੀ ਤੁਹਾਨੂੰ ਦੱਸਿਆ ਕਿ ਵੰਡ ਤੋਂ ਪਹਿਲਾਂ ਇਹਨਾਂ ਨੇ 9 ਕਾਵਿ ਸੰਗ੍ਰਹਿ ਜਿਹੜੇ ਸੀ ਪੰਜਾਬੀ ਸਾਹਿਤ ਦੀ ਝੋਲੀ ਪਾਏ ਸੀ। ਪਹਿਲਾਂ ਆਪਾਂ ਇਹਨਾਂ 9 ਦਾ ਹੀ ਜ਼ਿਕਰ ਥੋੜ੍ਹਾ ਕਰ ਲੈਂਦੇ ਹਾਂ ਵਿੱਚੋਂ। ਪ੍ਰਕਾਸ਼ਨ ਈਅਰ ਇਹਨਾਂ ਦਾ ਤੁਹਾਨੂੰ ਦੱਸ ਦਿੰਦਾ ਮੈਂ। ਜਿਸ ਤਰ੍ਹਾਂ ਕਿ ਠੰਡੀਆਂ ਕਿਰਨਾਂ ਇਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਹੈ, ਜੋ ਕਿ 1935 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਕਈ ਜਗ੍ਹਾ ਤੇ ਇਹ ਮੰਨਿਆ ਜਾਂਦਾ ਕਿ ਇਹਨਾਂ ਦਾ ਜਿਹੜਾ ਇਹ ਕਾਵਿ ਸੰਗ੍ਰਹਿ ਹੈ, ਇਹ ਟਰੈਕਟਾਂ ਦੇ ਰੂਪ 'ਚ ਪ੍ਰਕਾਸ਼ਿਤ ਹੁੰਦਾ ਸੀ, ਕਿ ਪੁਸਤਕ ਦੇ ਰੂਪ 'ਚ ਨਹੀਂ ਸੀ, ਟਰੈਕਟਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਹੁੰਦਾ ਸੀ। ਕਈ ਕਿਤਾਬਾਂ ਵਿੱਚ ਇਹ ਚੀਜ਼ ਲਿਖੀ ਹੋਈ ਹੈ। ਤਾਂ ਠੰਡੀਆਂ ਕਿਰਨਾਂ ਇਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਹੈ, ਜੋ 1935 ਵਿੱਚ ਪ੍ਰਕਾਸ਼ਿਤ ਹੋਇਆ। ਉਸ ਉਪਰੰਤ ਅੰਮ੍ਰਿਤ ਲਹਿਰਾਂ 1936 ਵਿੱਚ ਪ੍ਰਕਾਸ਼ਿਤ ਹੋਇਆ। ਜਿਉਂਦਾ ਜੀਵਨ 1939 ਵਿੱਚ ਪ੍ਰਕਾਸ਼ਿਤ ਹੋਇਆ। ਤਰੇਲ ਧੋਤੇ ਫੁੱਲ 1941 ਵਿੱਚ। ਉਹ ਗੀਤਾਂ ਵਾਲਿਆ 1942 ਵਿੱਚ। ਬੱਦਲਾਂ ਦੇ ਪੱਲੇ ਵਿੱਚ 1943 ਵਿੱਚ। ਸੰਝ ਦੀ ਲਾਲੀ 1943 ਵਿੱਚ। ਲੋਕ ਪੀੜ 1944 ਵਿੱਚ। ਪੱਥਰ ਗੀਟੇ 1946 ਵਿੱਚ। ਤਾਂ ਇਹ ਵੰਡ ਤੋਂ ਪਹਿਲਾਂ ਇਹਨਾਂ ਦੇ 9 ਕਾਵਿ ਸੰਗ੍ਰਹਿ ਮਿਲਦੇ ਨੇ। ਇਹ ਤੁਸੀਂ ਅੰਕੜੇ ਤੁਹਾਨੂੰ ਯਾਦ ਕਰਨੇ ਪੈਣੇ ਹੈ।
ਵੰਡ ਤੋਂ ਬਾਅਦ ਜ਼ਿਕਰ ਕਰੀਏ ਤਾਂ ਇਹਨਾਂ ਨੇ ਲਗਭਗ 12 ਸੰਗ੍ਰਹਿ ਜਿਹੜੇ ਹੈਗੇ ਆ ਉਹ ਪੰਜਾਬੀ ਸਾਹਿਤ ਦੀ ਝੋਲੀ ਪਾਏ, ਜਿਨ੍ਹਾਂ ਵਿੱਚੋਂ ਲੰਮੀਆਂ ਵਾਟਾਂ 1947 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ, ਮੈਂ ਤਵਾਰੀਖ ਹਾਂ ਹਿੰਦ ਦੀ 1950 ਵਿੱਚ ਪ੍ਰਕਾਸ਼ਿਤ ਹੋਇਆ, ਸਰਗੀ ਵੇਲਾ 1951, ਸੁਨੇਹੜੇ 1955 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਇਹ ਉਹ ਕਾਵ ਸੰਗ੍ਰਹਿ ਹੈ ਜਿਹਦੇ ਉੱਤੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਇਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਨਾਲ ਨਿਵਾਜਿਆ ਗਿਆ। 1956 ਵਿੱਚ ਨਿਵਾਜਿਆ ਗਿਆ, 55 ਵਿੱਚ ਇਹ ਲਿਖਿਆ ਗਿਆ ਸੀ ਸੰਗ੍ਰਹਿ ਸੁਨੇਹੜੇ। ਇਸ ਤੋਂ ਇਲਾਵਾ ਅਸ਼ੋਕਾ ਚੇਤੀ 1957 ਵਿੱਚ ਪ੍ਰਕਾਸ਼ਿਤ ਹੋਇਆ, ਕਸਤੂਰੀ 1959 ਵਿੱਚ ਪ੍ਰਕਾਸ਼ਿਤ ਹੋਇਆ, ਨਾਗਮਣੀ ਦਾ ਜ਼ਿਕਰ ਪਹਿਲਾਂ ਵੀ ਕੀਤਾ ਆਪਾਂ ਨੇ, ਪਰ ਉਹ ਨਾਗਮਣੀ ਇਹਨਾਂ ਦਾ ਰਸਾਲਾ ਸੀ ਜਿਸ ਦਾ ਪ੍ਰਕਾਸ਼ਨ ਈਅਰ 1966 ਸੀ। ਅਗਰ ਨਾਗਮਣੀ ਕਾਵ ਸੰਗ੍ਰਹਿ ਦੀ ਗੱਲ ਕਰੀਏ ਤਾਂ ਇਸ ਦਾ ਪ੍ਰਕਾਸ਼ਨ ਈਅਰ 1964 ਹੈ, ਇਹ ਤੁਸੀਂ ਯਾਦ ਰੱਖਣਾ ਹੈ। ਨਵੀਂ ਸਵੇਰ 1968 ਵਿੱਚ ਪ੍ਰਕਾਸ਼ਿਤ ਹੋਇਆ, 6 ਰੁੱਤਾਂ 1969 ਵਿੱਚ, ਕਾਗਜ਼ ਤੇ ਕੈਨਵਸ 1970 ਵਿੱਚ, ਮੈਂ ਜਮ੍ਹਾਂ ਤੂੰ 1977 ਵਿੱਚ, ਤੇ ਫਿਰ ਇਹਨਾਂ ਨੇ ਲਾਸਟ ਕਾਵ ਸੰਗ੍ਰਹਿ ਜਿਹੜਾ ਪੰਜਾਬੀ ਸਾਹਿਤ ਜਗਤ ਨੂੰ ਦਿੱਤਾ ਉਹ ਹੈਗਾ ਜੀ ਮੈਂ ਤੈਨੂੰ ਫੇਰ ਮਿਲਾਂਗੀ 2004 ਈਸਵੀ ਦੇ ਵਿੱਚ। ਤਾਂ ਇਹ ਇਹਨਾਂ ਦੇ ਕੁੱਲ ਮਿਲਾ ਕੇ 21 ਕਾਵ ਸੰਗ੍ਰਹਿ ਬਣਦੇ ਨੇ ਜੋ ਪੰਜਾਬੀ ਸਾਹਿਤ ਦੀ ਝੋਲੀ ਇਹਨਾਂ ਨੇ ਪਾਏ, ਜੋ ਪ੍ਰਕਾਸ਼ਿਤ ਰੂਪ 'ਚ ਮਿਲਦੇ ਨੇ। ਬੇਸ਼ੱਕ ਇਹਨਾਂ ਨੇ ਹੋਰ ਵੀ ਸਾਹਿਤ ਲਿਖਿਆ ਹੋਵੇ, ਪ੍ਰਕਾਸ਼ਿਤ ਰੂਪ 'ਚ ਇਹਨਾਂ ਦੇ ਇਹ 21 ਟੋਟਲ ਮਿਲਦੇ ਨੇ, 9 ਵੰਡ ਤੋਂ ਪਹਿਲਾਂ ਤੇ 12 ਵੰਡ ਤੋਂ ਬਾਅਦ। ਹੁਣ ਆਪਾਂ ਕੁਝ ਪ੍ਰਮੁੱਖ ਕਾਵ ਸੰਗ੍ਰਹਿਾਂ ਦੀ ਗੱਲ ਕਰ ਸਕਦੇ ਹਾਂ। 21 ਦੇ 21 ਕਾਵ ਸੰਗ੍ਰਹਿ ਬਾਰੇ ਗੱਲ ਕਰਨਾ ਤਾਂ ਕਾਫੀ ਮੁਸ਼ਕਿਲ ਹੈ, 21 ਦੇ ਬਾਰੇ ਜ਼ਿਕਰ ਕਰਨਾ। ਤਾਂ ਆਪਾਂ ਕੁਝ ਪ੍ਰਮੁੱਖ ਕਾਵ ਸੰਗ੍ਰਹਿ ਚੱਕ ਲੈਂਦੇ ਜਿਨ੍ਹਾਂ ਵਿੱਚੋਂ ਜਿਸ ਤਰ੍ਹਾਂ ਕਿ ਪੱਥਰ ਗੀਟੇ ਹੈ, ਬਿਲਕੁਲ ਆਖਰੀ ਕਾਵ ਸੰਗ੍ਰਹਿ ਕਹਾਂਗੇ ਵੰਡ ਤੋਂ ਪਹਿਲਾਂ ਦਾ। ਠੀਕ ਹੈ ਜੀ, ਵੰਡ ਤੋਂ ਪਹਿਲਾਂ 9 ਸੰਗ੍ਰਹਿ ਲਿਖੇ ਨੇ, ਆਖਰੀ ਸੀ ਵੰਡ ਹੋਣ ਤੋਂ ਪਹਿਲਾਂ ਦਾ ਬਿਲਕੁਲ। ਪੱਥਰ ਗੀਟੇ 1946 ਵਿੱਚ ਪ੍ਰਕਾਸ਼ਿਤ ਹੋਇਆ, ਕਿਉਂਕਿ ਸਟਾਰਟਿੰਗ 'ਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਨਾਂ ਦੀ ਰਚਨਾਵਾਂ ਜਾਂ ਨਜ਼ਮਾਂ ਜਿਹੜੀਆਂ ਸੀ ਰਵਾਇਤੀ ਰੰਗ ਦੀਆਂ ਸੀ, ਰਵਾਇਤੀ ਢੰਗ ਸੀ, ਕੁਛ ਨਿੱਜੀ ਪ੍ਰੇਮ ਵੀ ਸੀ ਇਹਨਾਂ ਦਾ, ਆਦਰਸ਼ਵਾਦੀ ਢੰਗ ਦੀਆਂ ਸੀ। ਤਾਂ ਇਸ ਮੁੱਢਲੇ ਦੌਰ ਦੇ ਵਿੱਚ ਜਿਹੜਾ ਮੁੱਢਲਾ ਪੜਾਅ ਹੈ, 3 ਪੜਾਵਾਂ 'ਚ ਦੇਖ ਕੇ ਅਗਰ ਗੱਲ ਕਰੀਏ ਰਵਾਇਤੀ ਦੌਰ ਨੂੰ, ਆਦਰਸ਼ਵਾਦੀ ਦੌਰ ਨੂੰ ਦੇਖੀ ਤਾਂ ਇਹਦੇ ਵਿੱਚ ਆਦਰਸ਼ਵਾਦੀ ਪ੍ਰੇਮ ਦੀ ਝਲਕ ਮਿਲਦੀ ਹੈ ਇਸ ਸੰਗ੍ਰਹਿ ਦੇ ਵਿੱਚ। ਕੱਲੇ ਪੱਥਰ ਗੀਟੇ ਵਿੱਚ ਹੀ ਨਹੀਂ, ਮੁੱਖ ਤੌਰ ਤੇ ਜਿਹੜੇ ਵੰਡ ਤੋਂ ਪਹਿਲਾਂ ਦੇ ਨੇ ਉਹ ਸਾਰਿਆਂ ਵਿੱਚ ਆਦਰਸ਼ਵਾਦੀ ਪ੍ਰੇਮ ਦੀ ਹੀ ਝਲਕ ਮਿਲਦੀ ਹੈ। ਜਿਸ ਤਰ੍ਹਾਂ ਠੰਡੀਆਂ ਕਿਰਨਾਂ, ਅੰਮ੍ਰਿਤ ਲਹਿਰਾਂ, ਇਹ ਵਰਗੇ ਜਿਹੜੇ ਕਾਵ ਸੰਗ੍ਰਹਿ ਹੋਏ ਨੇ ਇਹਦੇ ਵਿੱਚ ਸਦਾਚਾਰਕ ਅਤੇ ਧਾਰਮਿਕ ਦਾਇਰੇ ਵਿੱਚ ਰਹਿ ਕੇ ਲਿਖਿਆ ਨੇ। ਬਈ ਆਦਰਸ਼ ਨਹੀਂ ਛੱਡਿਆ ਆਪਣਾ, ਆਈਡਲਿਜ਼ਮ ਰਹੀ, ਮਤਲਬ ਇੱਕ ਤਰ੍ਹਾਂ ਕੁਛ ਤਿੱਖਣ ਜ਼ਿਆਦਾ ਨਹੀਂ ਹੋਈ ਸੀ, ਸਟਾਰਟਿੰਗ ਸੀ ਬਿਲਕੁਲ ਪਿਆਰ ਦੀ ਭਾਵਨਾ, ਆਦਰਸ਼ਵਾਦੀ ਪ੍ਰੇਮ ਦੀ ਭਾਵਨਾ, ਸਦਾਚਾਰਕ ਦੀ ਗੱਲ ਕੀਤੀ, ਧਾਰਮਿਕ ਦਾਇਰੇ ਵਿੱਚ ਰਹੀ, ਉਹਨੂੰ ਨਹੀਂ ਉਲੰਘਿਆ ਇਸਨੇ। ਇਸੇ ਤਰ੍ਹਾਂ ਜਿਉਂਦਾ ਜੀਵਨ, ਤਰੇਲ ਧੋਤੇ ਫੁੱਲ, ਉਹ ਗੀਤਾਂ ਵਾਲਿਆ, ਬੱਦਲਾਂ ਦੇ ਪੱਲੇ ਵਿੱਚ ਜਿਹਨੂੰ ਕਹੀਏ, ਸੰਝ ਦੀ ਲਾਲੀ, ਲੋਕ ਪੀੜ, ਇਹ ਜਿਹੜੇ ਕਾਵ ਸੰਗ੍ਰਹਿ ਨੇ ਇਹਨਾਂ ਵਿੱਚ ਇਸ ਨੇ ਥੋੜ੍ਹਾ ਜਿਹਾ ਪਿਆਰ ਤੋਂ, ਥੋੜ੍ਹਾ ਜਿਹਾ ਨਿੱਜੀ ਪੀੜ ਨੂੰ ਆਪਣੀ ਨੂੰ ਜਦੋਂ ਇਹ ਸਮਾਜ ਨਾਲ ਮਿਲਣ ਲੱਗੀ ਤਾਂ ਇਹਨੇ ਸਮਾਜ ਵਿਚਲੀ ਜੋ ਕਾਣੀ ਵੰਡ ਹੋ ਰਹੀ ਸੀ ਉਸ ਨੂੰ ਵਿਸ਼ਾ ਬਣਾਇਆ। ਯਾਨੀ ਕਿ ਪਹਿਲਾਂ ਨਿੱਜੀ ਪਿਆਰ, ਆਦਰਸ਼ਵਾਦੀ ਪ੍ਰੇਮ, ਸਦਾਚਾਰਕ ਰਹੀ, ਠੀਕ ਹੈ ਜੀ, ਧਾਰਮਿਕ ਵਲਗਣਾ ਨਹੀਂ ਟੱਪੀਆਂ ਸ਼ੁਰੂ ਦੇ ਵਿੱਚ, ਪਰ ਬਾਅਦ ਵਿੱਚ ਹੌਲੀ ਹੌਲੀ ਪਹਿਲੇ ਸੰਗ੍ਰਹਿ ਤੋਂ ਬਾਅਦ ਬਾਕੀ ਜਿਹੜੇ ਸੰਗ੍ਰਹਿ ਸੀ ਉਹਨਾਂ ਵਿੱਚ ਇਸਨੇ ਆਪਣੀ ਨਿੱਜੀ ਪੀੜ, ਜਿਹੜਾ ਇਹਦਾ ਪ੍ਰੇਮ ਸੰਪੂਰਨ ਨਹੀਂ ਹੋਇਆ ਸੀ, ਨਿੱਜੀ ਪੀੜ ਨੂੰ ਸਮਾਜਿਕ ਪੀੜ ਨਾਲ ਐਵੇਂ ਲਗਾ ਲਓ, ਜਾਂ ਸਮਾਜਿਕ ਕਾਣੀ ਵੰਡ ਨਾਲ, ਸਮਾਜ ਦੇ ਵਿੱਚ ਜੋ ਕਾਣੀ ਵੰਡ ਹੋ ਰਹੀ ਸੀ ਉਸ ਦੇ ਨਾਲ ਇਸਨੇ ਮੇਲ ਕੇ ਪੇਸ਼ ਕੀਤਾ, ਉਸ ਨੂੰ ਵਿਸ਼ਾ ਬਣਾਇਆ, ਯਾਨੀ ਕਿ ਸਮਾਜ ਵਿਚਲੀ ਕਾਣੀ ਵੰਡ ਨੂੰ ਵਿਸ਼ਾ ਬਣਾਇਆ। ਹਾਂ, ਭਾਰੂ ਪ੍ਰੇਮ ਹੀ ਰਿਹਾ,
ਭਾਰੂ ਪ੍ਰੇਮ ਹੀ ਰਿਹਾ। ਪਹਿਲੇ ਖਾਸ ਤੌਰ ਤੇ 9 ਸੰਗ੍ਰਹਿਾਂ ਦੀ ਗੱਲ ਕਰੀਏ, ਆਦਰਸ਼ਵਾਦੀ ਪ੍ਰੇਮ ਹੀ ਭਾਰੂ ਰਿਹਾ ਇਹਨਾਂ ਉੱਤੇ। ਅਗਰ ਬਿਲਕੁਲ 9ਵੇਂ ਸੰਗ੍ਰਹਿ ਦੀ ਗੱਲ ਕਰ ਲਈਏ, ਆਪਾਂ ਪਹਿਲੇ 8 ਨੂੰ ਛੱਡ ਦਈਏ, ਪੱਥਰ ਗੀਟੇ ਦੀ ਗੱਲ ਕਰ ਲਈਏ, ਤਾਂ ਇਸ ਨੇ ਉਸ ਸਮੇਂ 'ਚ ਕੀ ਚੱਲ ਰਿਹਾ ਸੀ, ਉਸ ਸਮੇਂ ਦੇ ਵਿੱਚ ਲੋਕਾਂ ਦੀ ਮਨੋਸਥਿਤੀ ਕਿਵੇਂ ਦੀ ਸੀ, ਸਮਾਜ ਦੀ ਮਨੋਸਥਿਤੀ ਕਿਵੇਂ ਦੀ ਸੀ, ਉਹਨੂੰ ਬੜੇ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ ਹੈ ਪੱਥਰ ਗੀਟੇ ਦੇ ਵਿੱਚ। ਇਸੇ ਕਰਕੇ ਇਸ ਨੇ, ਕਿਉਂਕਿ ਮਨੋਸਥਿਤੀ ਦੀ ਗੱਲ ਕਰਨ ਲੱਗ ਪਈ ਸੀ ਲੋਕਾਂ ਦੀ, ਇਸੇ ਕਰਕੇ ਇਹਨੇ ਜਦੋਂ ਬੰਦਾ ਇਨਸਾਨ ਜਿਹੜਾ ਸਮਾਜ 'ਚ ਦੇਖਦਾ ਕਿ ਇੰਨਾ ਕੁਛ ਬੇਕਾਰ ਵਾਪਰ ਰਿਹਾ ਹੈ, ਇੰਨਾ ਕੁਛ ਬੇਢੰਗਾ ਵਾਪਰ ਰਿਹਾ ਹੈ, ਇੰਨਾ ਕੁਛ ਦਰਦਨਾਕ ਵਾਪਰ ਰਿਹਾ ਸਮਾਜ ਦੇ ਵਿੱਚ, ਤਾਂ ਉਹ ਖੁਦ ਬੇਚੈਨ ਹੋ ਜਾਂਦਾ ਹੈ। ਇਸੇ ਕਰਕੇ ਪੱਥਰ ਗੀਟੇ ਜਦੋਂ ਇਹਨੇ ਲਿਖਿਆ ਸੀ, ਉਸ ਸਮੇਂ ਨੂੰ, ਜਿਸ ਸਮੇਂ ਇਸਨੇ ਲਿਖਿਆ ਸੀ, ਉਸ ਸਮੇਂ ਨੂੰ ਆਪਣੇ ਜੀਵਨ ਦਾ ਸਭ ਤੋਂ ਇਹ ਬੇਚੈਨ ਵਰਾ ਮੰਨਦੀ ਹੈ ਕਿ ਮੇਰੇ ਲਈ ਬੇਚੈਨੀ ਸੀ ਕਿ ਕੀ ਹੋ ਕੀ ਰਿਹਾ ਹੈ ਸਮਾਜ ਦੇ ਵਿੱਚ, ਇਹ ਲੋਕਾਂ ਦੀ ਮਨੋਸਥਿਤੀ ਕਿਸ ਤਰ੍ਹਾਂ ਦੀ ਹੋ ਚੁੱਕੀ ਹੈ, ਤਾਂ ਇਹ ਬੇਚੈਨ ਸੀ। ਤਾਂ ਇਸ ਕਰਕੇ ਇਹਨੇ ਪੱਥਰ ਗੀਟੇ ਦੇ ਲਿਖਣ ਕਾਲ ਜਿਹੜਾ ਹੈਗਾ, ਲਿਖਣ ਸਮਾਂ ਸੀ ਜਿਹੜਾ ਉਸ ਸਮੇਂ ਨੂੰ ਇਸਨੇ ਬੇਚੈਨ ਵਰਾ ਆਪਣੇ ਲਈ ਮੰਨਿਆ। ਇਸ ਸੰਗ੍ਰਹਿ ਵਿੱਚ ਇੱਕ ਕਵਿਤਾ ਆਉਂਦੀ ਹੈ, ਚੱਪਾ ਚੰਨ। ਚੱਪਾ ਚੰਨ ਨਾਮ ਦੀ ਜਿਹੜੀ ਕਵਿਤਾ ਹੈ, ਉਸ ਵਿੱਚ ਉਸਨੇ ਆਮ ਆਦਮੀ ਜਿਹੜਾ ਹੈਗਾ, ਆਮ ਆਦਮੀ ਜਿਹਦੇ ਕੋਲ ਥੁੜਾ ਨੇ, ਕੁਛ ਉਹਨੂੰ ਲੋੜ ਹੈ ਪਰ ਉਹ ਲੋੜਵੰਦ ਹੈ, ਮਤਲਬ ਚਾਹੇ ਆਰਥਿਕ ਪੱਖੋਂ ਹੈ ਜਾਂ ਕੁਛ ਹੋਰ ਵਿਚਾਰਾਂ ਪੱਖੋਂ ਹੈ ਜਾਂ ਕੁਛ ਹੋਰ ਵਿਸ਼ਿਆਂ ਪੱਖੋਂ, ਹੋਰ ਕੁਛ, ਕੋਈ ਸਮਾਜਿਕ ਲੋੜ ਹੈ ਉਹਦੀ, ਕੋਈ ਨਿੱਜੀ ਲੋੜ ਹੈ, ਕੋਈ ਆਰਥਿਕ ਲੋੜ ਹੈ, ਕੋਈ ਸਮਾਜਿਕ ਲੋੜ, ਮੈਂ ਇਸ ਲਈ ਕਹਿ ਰਿਹਾ ਕਿ ਸਮਾਜਿਕ ਬਰਾਬਰੀ ਚਾਹੁੰਦਾ ਹੈ ਉਹ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਲੋੜਾਂ ਨੇ, ਥੁੜਾਂ ਨੇ, ਘਾਟਾਂ ਨੇ, ਉਸ ਨੂੰ ਜ਼ੁਬਾਨ ਦਿੱਤੀ ਆਪਣੀਆਂ ਕਵਿਤਾਵਾਂ ਰਾਹੀਂ। ਮਤਲਬ ਉਹਨਾਂ ਦੀ ਥੁੜਾਂ ਨੂੰ, ਉਹਨਾਂ ਦੀ ਕਮੀਆਂ ਨੂੰ, ਜਾਂ ਉਹਨਾਂ ਦੇ ਦਰਦ ਨੂੰ ਇੱਕ ਤਰ੍ਹਾਂ ਦਾ ਇਸਨੇ ਆਪਣੀ, ਸਿੱਧਾ ਤਾਂ ਦੇਖੋ ਬੋਲ ਨਹੀਂ ਸਕਦੀ ਸੀ, ਇੱਕ ਲੇਖਕ ਹੈ ਤਾਂ ਕਵਿਤਰੀ ਹੈ ਤਾਂ ਲਿਖ ਕੇ ਹੀ ਪੇਸ਼ ਕਰ ਸਕਦੀ ਸੀ ਉਹਨਾਂ ਦੇ ਦਰਦ ਨੂੰ, ਤਾਂ ਉਹਨਾਂ ਨੂੰ ਜ਼ੁਬਾਨ ਦਿੱਤੀ ਇਹਨਾਂ ਨੇ, ਇਸਨੇ ਚੱਪਾ ਚੰਨ ਨਾਮ ਦੀ ਕਵਿਤਾ ਦੇ ਵਿੱਚ। ਹੁਣ ਸਮਾਜਿਕ ਦਰਦ ਦੀ ਮੈਂ ਗੱਲ ਕੀਤੀ ਹੈ ਕਿ ਸਮਾਜ 'ਚ ਨਾ ਬਰਾਬਰੀ ਦੀ ਗੱਲ ਕੀਤੀ ਹੈ ਇਸ ਕਵਿਤਾ ਵਿੱਚ, ਚੱਪਾ ਚੰਨ ਵਿੱਚ। ਉਹ ਨਾ ਬਰਾਬਰੀ ਕੀ ਸੀ, ਇਸਤਰੀ ਪੁਰਖ ਦੀ ਨਾ ਬਰਾਬਰੀ, ਕਿ ਇਹ ਸਮਾਜ ਜਿਹੜਾ ਹੈਗਾ ਮਰਦ ਪ੍ਰਧਾਨ ਸਮਾਜ ਹੈ, ਪੂੰਜੀਵਾਦ ਦਾ ਦੌਰ ਹੈ, ਸਰਮਾਏਦਾਰੀ ਦਾ ਦੌਰ ਹੈ, ਜਿਸ ਨਾਲ ਸੰਬੰਧਿਤ ਇਹਨਾਂ ਦੀ ਕਵਿਤਾ ਵੀ ਆਉਂਦੀ ਹੈ, ਅੰਨਦਾਤਾ, ਜਿਸ ਵਿੱਚ ਸਰਮਾਏਦਾਰੀ ਦੀ ਗੱਲ ਕੀਤੀ ਗਈ ਹੈ, ਮਰਦ ਪ੍ਰਧਾਨ ਸਮਾਜ ਦੀ ਗੱਲ ਕੀਤੀ ਗਈ ਹੈ, ਉਹਨਾਂ ਦੀ ਫਿਤਰਤ ਦੱਸੀ ਗਈ ਹੈ ਕਿ ਉਹ ਤਾਂ ਔਰਤ ਨੂੰ ਹੀਣ ਭਾਵਨਾ ਨਾਲ ਹੀ ਦੇਖਦਾ ਹੈ, ਉਹ ਤਾਂ ਔਰਤ ਨੂੰ ਆਪਣੇ ਕਬਜ਼ੇ ਦੀ, ਆਪਣੀ ਇੱਕ ਵਸਤੂ ਦੇ ਤੌਰ ਤੇ ਦੇਖਦਾ ਹੈ। ਤਾਂ ਇਸ ਤਰ੍ਹਾਂ ਇਹ ਕਹਿ ਕੇ ਇਸਨੇ ਇੱਕ ਤਰ੍ਹਾਂ ਵਿਅੰਗਾਤਮਕ ਸ਼ੈਲੀ ਦੀ ਵਰਤੋਂ ਕੀਤੀ ਅੰਨਦਾਤਾ ਵਾਸਤੇ। ਤਾਂ ਵਿਅੰਗਾਤਮਕ ਵਿਧੀ ਦੁਆਰਾ ਇਸਨੇ ਇਸ ਕਵਿਤਾ ਨੂੰ ਪੇਸ਼ ਕੀਤਾ। ਤਾਂ ਇਸ ਸੰਗ੍ਰਹਿ ਵਿੱਚ ਵੀ, ਲਾਸਟ ਪੱਥਰ ਗੀਟੇ ਵਿੱਚ ਵੀ, ਇਸਨੇ ਆਪਣੇ ਪ੍ਰੇਮ ਭਾਵਾਂ ਵਾਲੇ ਵਿਸ਼ਿਆਂ ਨੂੰ ਵੀ ਅੰਕਿਤ ਕੀਤਾ, ਪਰ ਕੁਝ ਇਹਦੇ ਵਿੱਚ ਵਿਅੰਗ ਆਉਣਾ ਸ਼ੁਰੂ ਹੋ ਗਿਆ ਸੀ। ਯਾਨੀ ਕਿ ਜਿੱਥੇ ਪਹਿਲਾਂ ਇਹਦਾ ਰਵਾਇਤੀ ਢੰਗ ਸੀ, ਪਹਿਲਾ ਪੜਾਅ ਨਿੱਜੀ ਪ੍ਰੇਮ ਸੀ, ਰਵਾਇਤੀ ਢੰਗ ਸੀ, ਆਦਰਸ਼ਵਾਦੀ ਪ੍ਰੇਮ ਸੀ, ਤੇ ਆਪਾਂ ਹੋਰ ਕਹੀਏ ਧਾਰਮਿਕ ਦਾਇਰੇ ਵਿੱਚ ਰਹਿ ਕੇ ਧਾਰਮਿਕ ਵਲਗਣਾ ਨਾ ਟੱਪਦੇ ਹੋਏ ਰਚਨਾ ਕੀਤੀ ਪਹਿਲੇ ਪੜਾਅ ਦੇ ਵਿੱਚ। ਤਾਂ ਦੂਜੇ ਪੜਾਅ ਦੇ ਵਿੱਚ ਇਹਦੇ 'ਚ ਜਿੱਥੇ ਨਿੱਜੀ ਪੀੜਤ ਦਾ ਦਰਦ ਲੋਕ ਪੀੜ 'ਚ ਬਣਨਾ ਸ਼ੁਰੂ ਹੋ ਗਿਆ ਸੀ, ਲੋਕਾਂ ਦੇ ਦਰਦ ਨੂੰ ਬਿਆਨ ਕਰਨ ਲੱਗੀ ਸੀ ਆਪਣੇ ਦਰਦ ਦੇ ਜ਼ਰੀਏ, ਆਪਣੀ ਕਵਿਤਾਵਾਂ ਦੇ ਜ਼ਰੀਏ। ਉਹ ਪੱਥਰ ਗੀਟੇ ਤੋਂ ਇੱਕ ਮੁੱਢਲੀ ਸ਼ੁਰੂਆਤ ਹੋ ਗਈ ਸੀ ਜੋ 1946 'ਚ ਪ੍ਰਕਾਸ਼ਿਤ ਹੋਇਆ। ਵਿਅੰਗ ਇਹਦੀ ਸ਼ੈਲੀ ਦੇ ਵਿੱਚ ਜੁੜ ਗਿਆ ਸੀ। ਇਹ ਦੂਜਾ ਪੜਾਅ ਆਪਾਂ ਇਹਦਾ ਮੰਨ ਸਕਦੇ ਹਾਂ ਕਿ ਪੱਥਰ ਗੀਟੇ ਤੋਂ ਥੋੜ੍ਹੀ ਜਿਹੀ ਸ਼ੁਰੂਆਤ ਹੋ ਗਈ ਸੀ, ਕਿਉਂਕਿ ਬਿਲਕੁਲ ਆਪਾਂ ਦੇਸ਼ ਆਜ਼ਾਦ ਹੋਣ ਦੀ ਕਗਾਰ 'ਤੇ ਖੜੇ ਸੀ। 1947 'ਚ ਵੰਡ ਹੋਈ ਹੈ, 1946 ਦਾ ਇਹ ਸੰਗ੍ਰਹਿ ਹੈ ਪੱਥਰ ਗੀਟੇ। ਫਿਰ ਵੰਡ ਤੋਂ ਬਾਅਦ ਆਪਾਂ ਨੂੰ ਪਤਾ ਹੀ ਹੈ ਕਿ ਇਹ ਦੇਹਰਾਦੂਨ ਆ ਗਈ ਸੀ ਪਹਿਲਾਂ ਸਟਾਰਟਿੰਗ ਦੇ ਵਿੱਚ। ਦੇਹਰਾਦੂਨ ਵਿਖੇ ਵੀ ਇਹਨੇ ਕੁਝ ਰਚਨਾਵਾਂ ਲਿਖੀਆਂ, ਫਿਰ ਐਂਡ 'ਚ ਦਿੱਲੀ ਰਹਿਣ ਲੱਗ ਗਈ, ਉੱਥੇ ਇਹਨੇ ਸਾਹਿਤਕ ਸਫ਼ਰ ਜਾਰੀ ਰੱਖਿਆ ਸੀ। ਤਾਂ ਵੰਡ ਤੋਂ ਬਾਅਦ ਜਿਹੜਾ ਇਹਨਾਂ ਦਾ ਪਹਿਲਾ ਸੰਗ੍ਰਹਿ ਮਿਲਦਾ ਹੈ, ਵੰਡ ਤੋਂ ਬਾਅਦ ਦੀ ਗੱਲ ਕਰ ਰਹੇ ਹਾਂ, ਲੰਮੀਆਂ ਵਾਟਾਂ 1947 ਵਿੱਚ ਜਿਹੜਾ ਇਹਨਾਂ ਨੇ ਲਿਖਿਆ।
ਤਾਂ ਦੇਸ਼ ਵੰਡ ਤੋਂ ਮਗਰੋਂ ਇਹ ਇਹਨਾਂ ਦਾ ਪਹਿਲਾ ਸੰਗ੍ਰਹਿ ਹੈ। ਇਸ ਸੰਗ੍ਰਹਿ ਦੀ ਸਭ ਤੋਂ ਮਹੱਤਵਪੂਰਨ ਕਵਿਤਾ ਹੈ, ਸਭ ਤੋਂ ਇੰਪੋਰਟੈਂਟ ਹੈ ਪੇਪਰ ਪੁਆਇੰਟ ਆਫ ਵਿਊ, ਅੱਜ ਆਖਾਂ ਵਾਰਿਸ ਸ਼ਾਹ ਨੂੰ। ਤਾਂ ਇਹ 12ਵੀਂ ਜਮਾਤ ਵਿੱਚ ਵੀ ਵਾਰਿਸ ਸ਼ਾਹ ਦੀ ਇਹਨਾਂ ਦੀ ਇਸ ਰਚਨਾ ਬਾਰੇ ਜਾਣਕਾਰੀ ਮਿਲਦੀ ਹੈ। ਸਭ ਨੂੰ ਪਤਾ ਹੈ ਕਿ ਇਹ 47 ਦੀ ਵੰਡ ਜਾਂ ਮਜ਼ਹਬ ਦੇ ਨਾਂ ਉੱਤੇ, ਜੋ ਧਰਮ ਦੇ ਨਾਂ ਉੱਤੇ ਜੋ ਅਤਿਆਚਾਰ ਹੋਇਆ ਸੀ, ਪੰਜਾਬ ਦੇ ਜਿਹੜੇ ਸਾਂਝੇ ਸੱਭਿਆਚਾਰ ਵਿੱਚ ਤਰੇੜ ਲੈ ਕੇ ਆਂਦੀ ਸੀ, ਧਾਰਮਿਕ ਭੇਦਭਾਵਨਾ ਕਰਕੇ, ਉਹਦਾ ਜ਼ਿਕਰ ਇਸਨੇ ਵਿਅੰਗਮਈ ਅੰਦਾਜ਼ ਵਿੱਚ ਇਸ ਕਵਿਤਾ ਦੇ ਵਿੱਚ ਕੀਤਾ ਹੈ। ਇਸੇ ਤਰ੍ਹਾਂ ਦੀ ਇੱਕ ਕਵਿਤਾ ਇਸੇ ਸੰਗ੍ਰਹਿ ਵਿੱਚ ਲੰਮੀਆਂ ਵਾਟਾਂ ਦੇ ਵਿੱਚ ਜਨੂਨ ਨਾਮ ਦੀ ਕਵਿਤਾ ਮਿਲਦੀ ਹੈ। ਉਹਦੇ ਵਿੱਚ ਵੀ ਇਸਨੇ ਧਰਮ ਦੇ ਠੇਕੇਦਾਰ ਜਿਹੜੇ ਹੋਏ ਨੇ, ਮਜ਼ਹਬ ਦੇ ਠੇਕੇਦਾਰ ਹੋਏ ਨੇ, ਉਹਨਾਂ ਉੱਤੇ ਵਿਅੰਗ ਕੱਸਿਆ ਹੈ। ਕੁਝ ਇਹਨੇ ਵਿਆਹ ਦੀ ਸੰਸਥਾ ਉੱਪਰ ਵੀ ਵਿਅੰਗ ਕੱਸਿਆ ਕਿ ਵਿਆਹ ਜਿਹੜਾ ਹੈਗਾ ਇੱਕ ਵਪਾਰ ਬਣ ਕੇ ਰਹਿ ਗਿਆ, ਠੀਕ ਹੈ। ਲੋਕੀ ਰਿਸ਼ਤਾ ਜਿਹੜਾ ਹੈਗਾ ਠੋਸ ਦਿੰਦੇ ਨੇ, ਆਜ਼ਾਦੀ ਨਹੀਂ ਹੈਗੀ, ਜਦ ਕਿ ਇਹ ਆਜ਼ਾਦੀ ਭਾਲਦੀ ਸੀ। ਬੰਦੇ ਨੇ ਆਜ਼ਾਦੀ ਭਾਲਣੀ ਨਹੀਂ ਹੈ, ਕਿਉਂਕਿ ਇਹਦਾ ਖੁਦ ਦਾ ਪ੍ਰੇਮ ਸੰਪੂਰਨ ਨਹੀਂ ਹੋਇਆ ਸੀ। ਕਵਾਤਰਾ ਜੀ ਨਾਲ ਇਸ ਦਾ ਮੈਰਿਜ ਹੋ ਗਈ ਸੀ, ਤੇ ਆਪ ਇਮਰੋਜ਼ ਨਾਲ ਕੁਛ ਟਾਈਮ ਰਿਸ਼ਤਾ ਰਿਹਾ ਇਹਦਾ, ਤੇ ਫਿਰ ਸ਼ਾਹਿਰ ਲੁਧਿਆਣਵੀ ਇਹਦਾ ਪ੍ਰੇਮੀ ਰਿਹਾ, ਉਹਦੇ ਨਾਲ ਇਹਦਾ ਪ੍ਰੇਮ ਸੰਪੂਰਨ ਨਹੀਂ ਹੋਇਆ। ਵੈਸੇ ਵੀ ਇਹ ਕਵਾਤਰਾ ਨਾਲ ਇਹ ਜ਼ਿਆਦਾਤਰ ਰਹਿੰਦੀ ਨਹੀਂ ਹੁੰਦੀ ਸੀ, ਇਹ ਗੱਲ ਆਪਾਂ ਨੂੰ ਸਭ ਨੂੰ ਪਤਾ ਹੀ ਹੈ। ਤਾਂ ਇਹਨੇ ਵਿਆਹ, ਇਸ ਕਰਕੇ ਵਿਆਹ ਉੱਪਰ ਵੀ ਇਹਨੇ ਵਿਅੰਗ ਕੱਸਿਆ ਕਿ ਜ਼ਬਰਦਸਤੀ ਜਿਹੜਾ ਹੈਗਾ ਰਿਸ਼ਤੇ ਜੋੜੇ ਜਾਂਦੇ ਨੇ, ਠੋਸੇ ਜਾਂਦੇ ਨੇ ਕਿਸੇ ਉੱਤੇ, ਖਾਸ ਤੌਰ ਤੇ ਇਸਤਰੀ ਦੇ ਉੱਤੇ। ਹੁਣ ਇਸ ਰਿਸ਼ਤਿਆਂ ਉੱਤੇ ਅਗਰ ਗੱਲ ਕਰੀਏ ਤਾਂ ਰਚਨਾਵਾਂ ਵਪਾਰ ਨਾਮਕ ਕਵਿਤਾ ਮਿਲਦੀ ਹੈ। ਯਾਨੀ ਕਿ ਮੱਧ ਸ਼੍ਰੇਣੀ ਜਿਹੜਾ ਪ੍ਰੇਮ ਹੈ, ਉਹਨੂੰ ਇੱਕ ਤਰ੍ਹਾਂ ਮਤਲਬ ਮੱਧ ਸ਼੍ਰੇਣੀ ਦਾ ਪ੍ਰੇਮ ਜਿਹੜਾ ਹੈਗਾ, ਮਤਲਬ ਅਗਾਂਹ ਵਧੂ ਵਿਚਾਰਾਂ ਵਾਲੇ ਪ੍ਰੇਮ ਨੂੰ ਇੱਕ ਤਰ੍ਹਾਂ ਆਪਾਂ ਕਹਿ ਲਈਏ ਕਿ ਅਪਣਾਇਆ ਨਹੀਂ ਗਿਆ। ਮੱਧ ਸ਼੍ਰੇਣੀ ਦੇ ਵਿੱਚ ਉਹੀ ਜਿਵੇਂ ਇਸਤਰੀ ਨੂੰ ਦੱਬ ਕੇ ਰੱਖਿਆ ਜਾਂਦਾ ਸੀ, ਤਾਂ ਉਸ ਤਰ੍ਹਾਂ ਹੀ ਮਤਲਬ ਉਹਨੂੰ ਜਿਹੜਾ ਮਰਦ ਸੌਂਪਤਾ ਕਿ ਇਹ ਤੇਰਾ ਜੀਵਨ ਸਾਥੀ ਹੈ, ਤਾਂ ਉਹ ਸਪਸ਼ਟ ਪ੍ਰਮਾਣ ਜਿਹੜੇ ਇਹਦੀ ਰਚਨਾਵਾਂ ਦੇ ਵਿੱਚ, ਜਿਹੜੀ ਖਾਸ ਤੌਰ 'ਤੇ ਵਿਆਹਿਕ ਰਿਸ਼ਤਿਆਂ ਵਾਲੀ ਰਚਨਾਵਾਂ ਜਿਹੜੀਆਂ ਨੇ ਰਚੀਆਂ ਨੇ, ਜਿਹਦੇ ਉੱਤੇ ਵਿਅੰਗ ਕੱਸਿਆ ਹੈ, ਉਹਦੇ ਵਿੱਚ ਇਹਦੇ ਪ੍ਰਮਾਣ ਦ੍ਰਿਸ਼ਟੀਗੋਚਰ ਹੁੰਦੇ ਨੇ। ਸੰਸਕਾਰ ਨਾਮ ਦੀ ਕਵਿਤਾ ਵੀ ਇਸੇ ਵਿਸ਼ੇ ਤੇ ਆਧਾਰਿਤ ਹੈ। ਕੰਨਿਆਦਾਨ, ਗਊਸ਼ਾਲਾ, ਰਾਖੇ, ਇਹ ਕੁਝ ਐਵੇਂ ਦੀਆਂ ਕਵਿਤਾਵਾਂ ਨੇ ਜਿਹੜੀਆਂ ਵਿਆਹ ਵਰਗੀ ਸੰਸਥਾਵਾਂ ਉੱਤੇ ਵਿਅੰਗ ਕੱਸਦੀਆਂ ਨੇ। ਲੰਮੀਆਂ ਵਾਟਾਂ ਸੰਗ੍ਰਹਿ ਵਿੱਚ ਇਹ ਸਾਰੇ ਦਰਜ ਨੇ ਜੀ। ਅਗਲੇ ਸੰਗ੍ਰਹਿ ਦੀ ਗੱਲ ਕਰਦੇ ਹਾਂ ਆਪਾਂ ਸਰਗੀ ਵੇਲੇ ਦੀ, ਕਿਉਂਕਿ ਵਿੱਚੋਂ ਵਿੱਚੋਂ ਕੁਛ ਮੇਨ ਸੰਗ੍ਰਹਿ ਚੱਕਦੇ ਹਾਂ ਆਪਾਂ। ਸਰਗੀ ਵੇਲਾ 1951 ਵਿੱਚ ਇਹਨੇ ਪ੍ਰਕਾਸ਼ਿਤ ਕਰਵਾਇਆ। ਬੇਸ਼ੱਕ ਉਸ ਤੋਂ ਪਹਿਲਾਂ ਇਹਨੇ ਇੱਕ ਹੋਰ ਸੰਗ੍ਰਹਿ ਲਿਖ ਲਿਆ ਸੀ, ਮੈਂ ਤਵਾਰੀ ਖਾਂ ਹਿੰਦ ਦੀ, ਜੋ ਕਿ ਇੱਕ ਬ੍ਰਿਤਾਂਤਕ ਕਵਿਤਾ ਸੀ। ਉਸ ਬ੍ਰਿਤਾਂਤਿਕ ਕਵਿਤਾ ਯਾਨੀ ਕਿ ਮੈਂ ਤਵਾਰੀ ਖਾਂ ਹਿੰਦ ਦੀ ਥੋੜ੍ਹੀ ਜਿਹੀ ਗੱਲ ਕਰ ਦੇਵਾਂ ਤੁਹਾਨੂੰ ਮੈਂ, ਤਾਂ ਉੱਥੇ ਵੀ ਵਿਭਾਜਨ ਜਿਹੜਾ ਹੋਇਆ, ਵੰਡ ਹੋਈ ਹੈ, ਉਹਦੇ ਕਰੁਣਾਮਈ ਜੋ ਬ੍ਰਿਤਾਂਤ ਹੈ, ਸੋ ਜੋ ਸਾਰਾ ਚਿੱਤਰ ਹੈ ਕਿ ਵੰਡ 'ਚ ਕੀ ਕੁਝ ਹੋਇਆ, ਠੀਕ ਹੈ, ਕਿਸ ਤਰ੍ਹਾਂ ਦਾ ਮਾਹੌਲ ਸੀ, ਹਿੰਦੂ ਮੁਸਲਮਾਨ ਕਿਵੇਂ ਇੱਕ ਦੂਜੇ ਨੂੰ ਕੱਟ ਵੱਢ ਰਹੇ ਸੀ, ਉਹ ਸਾਰੇ ਨੂੰ ਇਸਨੇ ਬੜੀ ਸ਼ਿੱਦਤ ਨਾਲ ਉਸ ਬ੍ਰਿਤਾਂਤ ਨੂੰ ਪੇਸ਼ ਕੀਤਾ ਜੀ ਮੈਂ ਤਵਾਰੀ ਖਾਂ ਹਿੰਦ ਦੀ ਸੰਗ੍ਰਹਿ ਦੇ ਵਿੱਚ। ਗੱਲ ਕਰ ਰਹੇ ਆਪਾਂ ਸਰਗੀ ਵੇਲੇ ਦੀ, ਤਾਂ ਸਰਗੀ ਵੇਲਾ ਜਿਹੜਾ ਹੈਗਾ, ਜਦੋਂ ਤੱਕ ਇਹ ਸਰਗੀ ਵੇਲੇ ਸੰਗ੍ਰਹਿ ਤੇ ਪਹੁੰਚੀ, ਉਦੋਂ ਤੱਕ ਇਹ ਪ੍ਰਗਤੀਵਾਦ ਸਾਹਿਤ ਨਾਲ ਆਪਣੇ ਆਪ ਨੂੰ ਮਜ਼ਬੂਤ ਕਰ ਚੁੱਕੀ ਸੀ। ਪ੍ਰਗਤੀਵਾਦ ਸਾਹਿਤ ਨਾਲ ਆਪਣੇ ਆਪ ਨੂੰ ਮਜ਼ਬੂਤ ਇਹਨੇ ਕਰ ਲਿਆ ਸੀ। ਇਸ ਪੜਾਅ ਤੇ ਆ ਕੇ, ਸਰਗੀ ਵੇਲਾ ਦੇ ਪੜਾਅ ਤੇ ਆ ਕੇ ਇਹ ਕਾਮਿਆਂ ਦੀ, ਕਿਰਤੀਆਂ ਦੀ, ਸਮਾਜ ਦੇ ਮਜ਼ਲੂਮਾਂ ਦੀ ਜਾਂ ਉਸ ਵਰਗ ਦੀ ਗੱਲ ਕਰਨ ਲੱਗ ਗਈ ਸੀ, ਉਹਨਾਂ ਦੀ ਸਹਾਨੂਭੂਤੀ ਹਾਸਲ ਕਰਨ ਲੱਗ ਪਈ ਸੀ। ਤਾਂ ਤਵਾਰੀਖ, ਇਸ ਸੰਗ੍ਰਹਿ ਵਿੱਚ ਤਵਾਰੀਖ ਨਾਮ ਦੀ ਇੱਕ ਕਵਿਤਾ ਮਿਲਦੀ ਹੈ, ਜਿਹਦੇ ਵਿੱਚ ਇੱਕ ਨਵੀਂ ਪ੍ਰਭਾਤ, ਇੱਕ ਨਵਾਂ ਮਤਲਬ ਵੇਲਾ ਆਊਗਾ ਇੱਕ ਤਰ੍ਹਾਂ ਦਾ, ਉਹ ਸੰਦੇਸ਼ ਦਿੱਤਾ ਹੈ ਇਸਨੇ। ਸਰਗੀ ਵੇਲਾ ਤਾਂ ਹੀ ਕਾਵਿ ਸੰਗ੍ਰਹਿ ਦਾ ਨਾਮ ਹੈ। ਅੰਮ੍ਰਿਤਾ ਪ੍ਰੀਤਮ ਦੀ ਰਚਨਾਵਾਂ ਦੀ ਇੱਕ ਖਾਸੀਅਤ ਰਹੀ ਹੈ, ਇਹ ਹਮੇਸ਼ਾ ਹੀ
ਔਰਤਾਂ ਦੇ ਦਰਦ ਨੂੰ ਬਿਆਨ ਇਹਨੇ ਪਹਿਲ ਦੇ ਆਧਾਰ ਤੇ ਕੀਤਾ ਹੈ। ਮਜਬੂਰ ਨਾਮ ਦੀ ਇਸ ਤਰ੍ਹਾਂ ਦੀ ਕਵਿਤਾ ਮਿਲਦੀ ਹੈ ਜਿਹਦੇ ਵਿੱਚ ਔਰਤ ਉੱਤੇ ਜਿਹੜੇ ਜ਼ੁਲਮ ਹੋਏ ਨੇ ਜਾਂ ਮਜਬੂਰੀ ਬਸ ਜੋ ਉਸ ਨੂੰ ਜ਼ੁਲਮ ਸਹਿਣ ਕਰਨੇ ਪਏ ਨੇ ਉਹਨਾਂ ਨੂੰ ਇਸ ਨੇ ਆਪਣੀ ਇਸ ਮਜਬੂਰ ਨਾਮ ਦੀ ਕਵਿਤਾ ਵਿੱਚ ਬਿਆਨ ਕੀਤਾ ਹੈ। ਅੱਗੇ ਗੱਲ ਕਰਦੇ ਹਾਂ ਆਪਾਂ ਸੁਨੇਹੜੇ ਕਾਵਿ ਸੰਗ੍ਰਹਿ ਦੀ। ਸੁਨੇਹੜੇ ਵੀ ਅੰਮ੍ਰਿਤਾ ਪ੍ਰੀਤਮ ਦਾ ਇੱਕ ਬਹੁਤ ਹੀ ਮਸ਼ਹੂਰ ਕਾਵਿ ਸੰਗ੍ਰਹਿ ਹੈ। ਗੱਲ ਪਹਿਲਾਂ ਹੀ ਕਰ ਚੁੱਕੇ ਹਾਂ, ਅਵਾਰਡ ਮਿਲ ਚੁੱਕਿਆ ਇਹਨਾਂ ਨੂੰ 1956 ਈਸਵੀ ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਇਸ ਸੰਗ੍ਰਹਿ ਉੱਤੇ। ਹੁਣ ਸੁਨੇਹੜੇ ਨਾਮ ਤੋਂ ਕਲੀਅਰ ਹੈ ਕਿ ਸੁਨੇਹਾ ਆਉਣ ਦੀ ਇਹਨੂੰ ਇੱਕ ਆਸ਼ਾ ਹੈ ਕਿ ਕੋਈ ਪਰਦੇਸੀ ਦਾ ਸੁਨੇਹਾ ਆਊਗਾ, ਇਸ ਦਾ ਅਚਾਨਕ ਉਹਨੂੰ ਮਿਲ ਜੂਗਾ ਜੋ ਉਹਨੂੰ ਖੁਸ਼ੀ ਦਊਗਾ। ਇਸ ਤਰ੍ਹਾਂ ਦੇ ਭਾਵ ਇਸ ਨੇ ਇਸ ਆਪਣੇ ਸੰਗ੍ਰਹਿ ਵਿੱਚ ਜਿਹੜੇ ਹੈਗੇ ਨੇ ਵਿਅਕਤ ਕੀਤੇ ਨੇ। ਪਰੰਤੂ ਨਾਲ ਦੀ ਨਾਲ ਜਦੋਂ ਉਹ ਖੁਸ਼ੀ ਮਿਲੂਗੀ ਨਾਲ ਦੀ ਨਾਲ ਅਚਾਨਕ ਇੱਕਦਮ ਕੀ ਹੁੰਦਾ ਹੈ, ਉਦਾਸੀ ਵੀ ਇਹਨੇ ਪੇਸ਼ ਕੀਤੀ ਹੈ ਸੰਗ੍ਰਹਿ ਵਿੱਚ, ਕਿਉਂਕਿ ਇਹਨੂੰ ਇਹ ਨਾਲ ਨਾਲ ਮਹਿਸੂਸ ਹੋ ਜਾਂਦਾ ਹੈ ਕਿ ਉਸ ਪਰਦੇਸੀ ਨੇ ਬੇਸ਼ੱਕ ਉਹਦਾ ਸੁਨੇਹਾ ਆਊਗਾ ਤਾਂ ਸਹੀ, ਪਰ ਉਹ ਜਲਦੀ ਹੀ ਵਾਪਸ ਪਰਤ ਵੀ ਜਾਊਗਾ। ਅਗਰ ਉਹ ਉਹਦੇ ਕੋਲ ਆ ਵੀ ਗਿਆ, ਆਪਣੇ ਪ੍ਰੇਮੀ ਦੀ ਗੱਲ ਕਰ ਰਿਹਾ ਇੱਕ ਤਰ੍ਹਾਂ ਇਹ, ਅਗਰ ਉਹ ਉਹਦੇ ਕੋਲ ਆ ਵੀ ਗਿਆ ਪਰ ਉਹਨੇ ਜਲਦ ਹੀ ਵਾਪਸ ਪਰਤ ਵੀ ਜਾਣਾ ਹੈ ਤਾਂ ਨਾਲ ਦੀ ਨਾਲ ਇਹ ਉਦਾਸ ਵੀ ਹੋ ਜਾਂਦੀ ਹੈ। ਤਾਂ ਇਸ ਸੰਗ੍ਰਹਿ ਵਿੱਚ ਇੱਕ ਤਰ੍ਹਾਂ ਔਰਤ ਦੀਆਂ ਭਾਵਨਾਵਾਂ ਨੂੰ ਇਸਨੇ, ਜਿਹੜੀਆਂ ਮਧੁਰ ਭਾਵਨਾਵਾਂ ਨੇ, ਪਿਆਰ ਸੰਬੰਧਿਤ ਭਾਵਨਾਵਾਂ ਨੇ, ਉਸ ਨੂੰ ਬਹੁਤ ਹੀ ਕਲਾਮਈ ਢੰਗ ਨਾਲ ਰੂਪਮਾਨ ਕੀਤਾ। ਸੁਪਨੇ ਨਾਮਕ ਕਵਿਤਾ ਇਸ ਸੰਦਰਭ 'ਚ ਦੇਖੀ ਜਾ ਸਕਦੀ ਹੈ। ਸੁਨੇਹੜੇ ਨਾਮਕ ਕਵਿਤਾ ਇਸ ਸੰਦਰਭ ਵਿੱਚ ਦੇਖੀ ਜਾ ਸਕਦੀ ਹੈ। ਹੁਣ ਸੁਨੇਹੜੇ ਨਾਮਕ ਕਵਿਤਾ ਵਿੱਚ ਜਿੱਥੇ ਮੱਧ ਸ਼੍ਰੇਣੀ ਦੀ ਗੱਲ ਕਰਦੀ ਹੈ ਨਾਲ ਨਾਲ ਪ੍ਰਗਤੀਵਾਦ ਦੀ ਵੀ ਗੱਲ ਕਰਦੀ ਹੈ, ਇਹ ਵੀ ਗੱਲ ਯਾਦ ਰੱਖਣਾ। ਬੇਸ਼ੱਕ ਸੁਨੇਹੜੇ ਕਾਵਿ ਸੰਗ੍ਰਹਿ ਦੇ ਵਿੱਚ ਸੁਨੇਹੇ ਦੀ ਗੱਲ ਹੈ, ਇੱਕ ਪ੍ਰੇਮ ਦੇ ਸੁਨੇਹੇ ਦੀ ਗੱਲ ਹੈ, ਪਰ ਫਿਰ ਵੀ ਪ੍ਰਗਤੀਸ਼ੀਲਤਾ ਇਸ ਸੰਗ੍ਰਹਿ ਵਿੱਚ ਵੀ ਇਹਦੇ ਝਲਕਦੀ ਹੈ। ਇਹਦਾ ਮੰਨਣਾ ਸੀ ਉਸ ਸਮੇਂ ਕਿ ਜ਼ਰੂਰੀ ਨਹੀਂ ਕਿ ਪਤੀ ਪਤਨੀ ਦਾ ਰਿਸ਼ਤਾ ਹੀ ਜਿਹੜਾ ਹੈਗਾ ਹਰ ਪੱਖੋਂ ਨਿਭੇਗਾ ਚੰਗੀ ਤਰੀਕੇ ਨਾਲ ਜਾਂ ਜਾਇਜ਼ ਹੈ, ਤਾਂ ਇਹ ਗੱਲ ਮੰਨਣੀ ਸੀ ਇਹਦੀ। ਇਸ ਸੰਦਰਭ ਵਿੱਚ ਇਹਦੀ ਇੱਕ ਕਵਿਤਾ ਮਿਲਦੀ ਹੈ, ਸੁਨੇਹੜੇ ਕਾਵਿ ਸੰਗ੍ਰਹਿ ਦੇ ਅੰਤਰਗਤ ਦਰਜ ਹੈ, ਜਿਹਦਾ ਨਾਮ ਹੈਗਾ ਜੀ ਕੱਚੀਆਂ ਗੰਢਾਂ। ਤਾਂ ਕੱਚੀਆਂ ਗੰਢਾਂ ਮਤਲਬ ਜਿਹੜਾ ਇੱਕ ਰਿਸ਼ਤਾ ਬੱਝਿਆ ਪਤੀ ਪਤਨੀ ਦਾ, ਉਹਦੀ ਗੰਢਾਂ ਇੰਨੀਆਂ ਮਜ਼ਬੂਤ ਨਹੀਂ ਹੈਗੀਆਂ ਕਿਉਂਕਿ ਇਸਤਰੀ ਦੇ ਉੱਤੇ ਜ਼ੁਲਮ ਕਰਕੇ ਉਹਨੂੰ ਮਜਬੂਰ ਬਸ ਕਰਕੇ ਉਹਦਾ ਵਿਆਹ ਕਰ ਦਿੱਤਾ ਜਾਂਦਾ ਹੈ। ਤਾਂ ਇਸ ਤਰ੍ਹਾਂ ਦੇ ਸੰਕਲਪ ਉਸ ਸਮੇਂ ਵੈਸੇ ਵੀ ਇਸਤਰੀ ਉੱਤੇ ਅਤਿਆਚਾਰ ਹੁੰਦਾ ਸੀ, ਉਸ ਨੂੰ ਇਸਨੇ ਪੇਸ਼ ਕੀਤਾ। ਨੈਕਸਟ ਗੱਲ ਕਰਦੇ ਹਾਂ ਆਪਾਂ ਅਸ਼ੋਕਾ ਚੇਤੀ ਕਾਵਿ ਸੰਗ੍ਰਹਿ ਦੀ। ਅਸ਼ੋਕਾ ਚੇਤੀ ਕਾਵਿ ਸੰਗ੍ਰਹਿ ਜੋ ਕਿ 1957 ਈਸਵੀ ਵਿੱਚ ਇਸ ਨੇ ਪ੍ਰਕਾਸ਼ਿਤ ਕਰਵਾਇਆ। ਹੁਣ ਅਸ਼ੋਕਾ ਚੇਤੀ ਅਸਲ ਦੇ ਵਿੱਚ ਇੱਕ ਫੁੱਲ ਦੇ ਨਾਮ ਉੱਪਰ ਰੱਖਿਆ ਹੋਇਆ ਨਾਮ ਹੈ। ਇਹ ਫੁੱਲ ਦੱਖਣੀ ਭਾਰਤ ਵਿੱਚ ਮਿਲਦਾ ਹੈ। ਗੂੜੇ ਲਾਲ ਰੰਗ ਦਾ ਫੁੱਲ ਹੈ ਜੀ, ਇਹ ਮੁਹੱਬਤ ਦਾ ਪ੍ਰਤੀਕ ਹੈ ਫੁੱਲ ਇਹ। ਤਾਂ ਉਸ ਫੁੱਲ ਦੇ ਆਧਾਰ ਉੱਤੇ ਇਸਨੇ ਅਸ਼ੋਕਾ ਚੇਤੀ ਨਾਮ ਇਸ ਸੰਗ੍ਰਹਿ ਦਾ ਰੱਖਿਆ। ਅੰਮ੍ਰਿਤਾ ਪ੍ਰੀਤਮ ਨੇ ਇਸ ਸੰਗ੍ਰਹਿ ਵਿੱਚ ਕੁਝ ਕਵਿਤਾਵਾਂ ਵਿੱਚ ਇੰਤਜ਼ਾਰ ਦੀ ਗੱਲ ਕੀਤੀ ਹੈ ਕਿ ਇੰਤਜ਼ਾਰ ਕਰਨਾ ਪਊਗਾ, ਚੰਗੇ ਸਮੇਂ ਆਉਣ ਦਾ ਇੰਤਜ਼ਾਰ ਕਰਨਾ ਪਊਗਾ, ਜਦੋਂ ਇਸਤਰੀ ਨੂੰ ਸਨਮਾਨ ਮਿਲੂਗਾ ਉਹਨੂੰ ਇੰਤਜ਼ਾਰ ਕਰਨਾ ਪਊਗਾ। ਮਤਲਬ ਵਿਅੰਗ ਕੁਛ, ਜਾਂ ਫਿਰ ਅਗਰ ਪ੍ਰੇਮ ਦੇ ਭਾਵ ਨੂੰ ਵਿਅਕਤ ਕਰੀਏ ਤਾਂ ਪ੍ਰੇਮਿਕਾ ਨੂੰ ਪ੍ਰੇਮੀ ਦੇ ਆਉਣ ਦਾ ਇੰਤਜ਼ਾਰ ਕਰਨਾ ਪਊਗਾ, ਤੁਸੀਂ ਐਵੇਂ ਕਹਿ ਸਕਦੇ ਹੋ। ਇਸ ਇੰਤਜ਼ਾਰ ਨੂੰ ਉਸਨੇ ਰੁੱਤਾਂ ਪ੍ਰਕਿਰਤੀ ਦੇ ਜ਼ਰੀਏ ਪੇਸ਼ ਕੀਤਾ ਹੈ, ਰੁੱਤਾਂ ਦੇ ਮਾਧਿਅਮ ਰਾਹੀਂ ਪੇਸ਼ ਕੀਤਾ ਹੈ, ਪ੍ਰਕਿਰਤੀ ਦੇ ਮਾਧਿਅਮ ਰਾਹੀਂ ਪੇਸ਼ ਕੀਤਾ ਹੈ। ਸ਼ੌਂਕ ਸੁਰਾਹੀ ਨਾਮਕ ਕਵਿਤਾ ਇੱਕ ਐਵੇਂ ਦੀ ਕਵਿਤਾ ਹੈ ਜਿਹਦੇ ਵਿੱਚ ਇਸਨੇ ਇਸ਼ਕ ਮਜਾਜੀ ਤੋਂ ਇਸ਼ਕ ਹਕੀਕੀ ਦਾ ਵੀ ਸਫ਼ਰ ਤੈਅ ਕੀਤਾ। ਦੇਖੋ ਹੁਣ ਇਹ ਐਵੇਂ ਦੀ ਚੀਜ਼ ਹੈ, ਜਾਣੀ ਕਿ ਇਹ ਸੂਫੀਵਾਦ ਦੇ ਦੌਰ 'ਚ ਚਲੀ ਜਾ ਰਹੀ ਹੈ, ਜਾਣੀ ਕਿ ਰਹੱਸ ਥੋੜ੍ਹਾ ਜਿਹਾ ਇੱਥੇ ਵੀ ਪਣਪਦਾ ਹੈ। ਬਿਲਕੁਲ ਆਪਾਂ 0.0001% ਕਹਿ ਲਈਏ ਤਾਂ ਜਦੋਂ ਕੋਈ ਇਸ਼ਕ ਮਜਾਜੀ ਤੋਂ ਇਸ਼ਕ ਹਕੀਕੀ ਦੇ ਸਫ਼ਰ ਵੱਲ ਨੂੰ ਮੁੜਦਾ ਹੈ, ਤੁਰਦਾ ਹੈ, ਤਾਂ ਫਿਰ ਉਹ ਇੱਕ ਤਰ੍ਹਾਂ ਦਾ ਰਹੱਸ ਦੀ ਗੱਲ ਹੀ ਹੋ ਰਹੀ ਹੈ, ਰੱਬੀ ਇਸ਼ਕ ਦੀ ਗੱਲ ਹੋ ਰਹੀ ਹੈ।
ਤਾਂ ਸ਼ੌਂਕ ਸੁਰਾਹੀ ਨਾਮ ਦੀ ਇਹ ਕਵਿਤਾ ਸਪੈਸ਼ਲੀ ਯਾਦ ਰੱਖਿਓ। ਦਿਲਾਂ ਦੇ ਭੇਤ ਨਾਮਕ ਕਵਿਤਾ ਇਸ ਅਸ਼ੋਕਾ ਚੇਤੀ ਸੰਗ੍ਰਹਿ ਵਿੱਚ ਦਰਜ ਹੈ, ਜਿਹਦੇ ਵਿੱਚ ਮਾਂ ਤੇ ਧੀ ਦੇ ਆਪਸੀ ਸੰਵਾਦ ਨੂੰ, ਆਪਸੀ ਉਹਨਾਂ ਦੀ ਵਾਰਤਾਲਾਪ ਨੂੰ ਰੂਪਮਾਨ ਕੀਤਾ ਗਿਆ ਹੈ। ਇਸ ਕਵਿਤਾ ਤੋਂ ਮਗਰੋਂ ਦਿਲਾਂ ਦੇ ਭੇਤ ਨੇ ਹੁਣ ਮਾਵਾਂ ਧੀਆਂ ਆਪਣੇ ਭੇਤ ਸਾਂਝੇ ਕਰਨਗੀਆਂ। ਔਰਤ ਹੀ ਔਰਤ ਦਾ ਕਹਿੰਦੇ ਦਰਦ ਸਮਝਦੀ ਹੈ, ਜਿੱਥੇ ਉਹ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰਨਗੀਆਂ। ਤਾਂ ਫਿਰ ਇਹਨੇ ਅੱਗੇ ਜਾ ਕੇ, ਇਸੇ ਕਵਿਤਾ ਤੋਂ ਅੱਗੇ ਜਾ ਕੇ ਇਹਨੇ ਸੁਤੰਤਰਤਾ ਸੰਗਰਾਮ ਦੀਆਂ ਝਲਕਾਂ ਵੀ ਪੇਸ਼ ਕੀਤੀਆਂ ਆਪਣੀਆਂ ਨੈਕਸਟ ਹੋਰ ਜਿਹੜੀ ਅੱਗੇ ਕਵਿਤਾਵਾਂ ਜਾਂ ਰਚਨਾਵਾਂ ਹੈਗੀਆਂ ਉਹਦੇ ਵਿੱਚ। ਇਸ ਤੋਂ ਬਾਅਦ ਜ਼ਿਕਰ ਕਰਦੇ ਹਾਂ ਇਸ ਦੇ ਕਾਵਿ ਸੰਗ੍ਰਹਿ ਕਸਤੂਰੀ ਦਾ, ਜੋ ਕਿ 1959 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਤਾਂ ਇਹਦੇ ਵਿੱਚ ਕੁਝ ਇਸ ਦੀਆਂ ਪ੍ਰੇਮ ਸੰਕਲਪ ਨੂੰ ਬਿਆਨ ਕਰਦੀਆਂ ਪ੍ਰਗੀਤਿਕ ਰਚਨਾਵਾਂ ਨੇ। ਇੰਤਜ਼ਾਰ, ਉਦਾਸੀ, ਹੇਰਵਾ, ਠੀਕ ਹੈ, ਹੇਰਵਾ ਇੱਕ ਤਰ੍ਹਾਂ ਦਾ ਜਦੋਂ ਮਾਹੀ ਨਹੀਂ ਆਉਂਦਾ, ਪ੍ਰੇਮੀ ਨਹੀਂ ਆਉਂਦਾ ਜਾਂ ਉਹਨੇ ਵਾਪਸ ਪਰਤ ਜਾਣਾ ਹੈ, ਉਸ ਚੀਜ਼ ਦਾ ਹੇਰਵਾ, ਦੁੱਖ ਭਾਵ ਨੇ ਉਹ ਸਭ ਨੂੰ ਵਿਅਕਤ ਕੀਤਾ ਇਸਨੇ ਇਹਦੇ ਵਿੱਚ। ਕਵਿਤਾਵਾਂ ਇਹਦੇ ਵਿੱਚ ਜਿਹੜੀਆਂ ਮੌਜੂਦ ਨੇ, ਫੇਰ ਤੈਨੂੰ ਯਾਦ ਕੀਤਾ, ਰਾਤ ਮੇਰੀ ਜਾਗਦੀ, ਕਲਮ ਦਾ ਭੇਤ, ਇਹ ਸਭ ਕਵਿਤਾਵਾਂ ਕਸਤੂਰੀ ਸੰਗ੍ਰਹਿ ਦੇ ਅੰਤਰਗਤ ਨੇ। ਨਾਗਮਣੀ ਸੰਗ੍ਰਹਿ ਦੀ ਗੱਲ ਕਰਦੇ ਨੇ। ਨਾਗਮਣੀ ਰਸਾਲਾ ਵੀ ਹੋਇਆ, ਪਿੱਛੇ ਜ਼ਿਕਰ ਕਰ ਚੁੱਕੇ ਹਾਂ, ਉਹਦਾ ਪ੍ਰਕਾਸ਼ਨ ਹੀ 1966 ਹੈ ਤੇ ਨਾਗਮਣੀ ਕਾਵਿ ਸੰਗ੍ਰਹਿ ਦਾ ਪ੍ਰਕਾਸ਼ਨ ਵਰਾ 1964 ਹੈ। ਇਹਦੇ ਵਿੱਚ ਜਿਹੜੀ ਅੰਮ੍ਰਿਤਾ ਪ੍ਰੀਤਮ ਦੀ ਕਲਪਨਾ ਸ਼ਕਤੀ ਜਿਹੜੀ ਹੈਗੀ ਹੈ ਉਹ ਹੋਰ ਤਿੱਖਣ ਹੋ ਜਾਂਦੀ ਹੈ। ਜਿਵੇਂ ਕਿ ਇਹਨਾਂ ਦੀ ਇੱਕ ਕਵਿਤਾ ਇਸ ਸੰਗ੍ਰਹਿ ਦੀ ਅੱਗ ਦੀ ਬਾਤ, ਇਸ ਵਿੱਚ ਉਸਨੇ ਜੀਵਨ ਦੇ ਅਣਹੋਏ, ਜੀਵਨ ਵਿੱਚ ਜੋ ਅਚਾਨਕ ਵਾਪਰਿਆ ਉਹ ਵੇਰਵਿਆਂ ਨੂੰ ਅੰਕਿਤ ਕੀਤਾ ਹੈ। ਜੀਵਨ ਵਿੱਚ ਕੋਈ ਵਾਪਰੀ ਘਟਨਾ ਹੈ, ਚਾਹੇ ਉਹ ਘਟਨਾ ਪੂਰਨ ਤੌਰ ਤੇ ਨਹੀਂ ਵਾਪਰੀ, ਚਾਹੇ ਅੱਧੀ ਅਧੂਰੀ ਵਾਪਰੀ ਹੈ, ਉਸ ਨੂੰ ਵੀ ਇਸਨੇ ਕਲਪਨਾ ਦੀ ਪਾਣ ਚਾੜ ਕੇ ਪੇਸ਼ ਕੀਤਾ ਜੀ। ਇਸ ਸੰਗ੍ਰਹਿ ਵਿੱਚ ਉਸਨੇ ਪ੍ਰੇਮ ਦੇ ਉਸ ਸਰੂਪ ਨੂੰ ਰੂਪਮਾਨ ਕੀਤਾ ਹੈ ਜੋ ਨਾ ਤਾਂ ਸੰਯੋਗ ਪੱਖ ਨੂੰ ਹੰਢਾ ਸਕਿਆ ਤੇ ਨਾ ਹੀ ਵਿਯੋਗ ਪੱਖ ਨੂੰ। ਮਤਲਬ ਨਾ ਤਾਂ ਮੇਲ ਹੁੰਦਾ, ਨਾ ਪੂਰਨ ਤੌਰ ਤੇ ਵਿਛੋੜਾ ਹੁੰਦਾ ਹੈ। ਦੋਨਾਂ ਪੱਖਾਂ ਦੀ ਜ਼ਿਕਰ ਇਸ ਸੰਗ੍ਰਹਿ ਦੇ ਅੰਤਰਗਤ ਮਿਲਦਾ ਹੈ। ਨਾਗਮਣੀ ਇੱਕ ਅਜਿਹਾ ਸੰਗ੍ਰਹਿ ਹੈ ਅੰਮ੍ਰਿਤਾ ਪ੍ਰੀਤਮ ਦਾ ਜਿੱਥੋਂ ਇਹ ਰੋਮਾਂਟਿਕ ਪ੍ਰਗਤੀਵਾਦੀ ਕਵਿਤਰੀ ਦੇ ਤੌਰ ਤੇ ਇਸ ਨੂੰ ਜਾਣਿਆ ਜਾਣ ਲੱਗਿਆ। ਨਾਗਮਣੀ ਤੋਂ ਹੀ ਜਾਣਿਆ ਜਾਣ ਲੱਗਿਆ ਕਿ ਇਹ ਜਿੱਥੇ ਰੋਮਾਂਟਿਕ ਹੈਗੀ ਹੈ ਪ੍ਰਵਿਰਤੀ ਦੀ, ਆਪਣੇ ਪ੍ਰੇਮ ਦੀ ਗੱਲ ਜਿੱਥੇ ਕਰਦੀ ਹੈ, ਨਿੱਜੀ ਪੀੜ ਨੂੰ ਲੋਕਾਂ ਦੇ ਦਰਦ ਨਾਲ, ਖਾਸ ਤੌਰ ਤੇ ਔਰਤਾਂ ਦੇ ਦਰਦ ਨਾਲ ਮੇਲ ਕੇ ਪੇਸ਼ ਕਰਦੀ ਹੈ, ਉੱਥੇ ਨਾਲ ਨਾਲ ਮਤਲਬ ਜਿੱਥੇ ਨਿੱਜੀ ਪ੍ਰੇਮ ਹੈ ਇਹਦਾ, ਉੱਥੇ ਨਾਲ ਲੋਕਾਂ ਦੀ ਪੀੜ, ਸਮਾਜ ਦੀ ਚਿੰਤਾ, ਔਰਤਾਂ ਦੀ ਚਿੰਤਾ, ਇਹਨੂੰ ਔਰਤਾਂ ਦੇ ਦਰਦ ਦੀ ਇਹਨੂੰ ਪਰੇਸ਼ਾਨੀ ਹੈ, ਜਿਸ ਉੱਤੇ ਵਿਅੰਗ ਕਰਦੀ ਹੈ ਇਹ। ਅੱਜ ਆਖਾਂ ਵਾਰਿਸ ਸ਼ਾਹ ਨੂੰ ਇਹਦੀ ਕਵਿਤਾ ਆਪਾਂ ਪਿੱਛੇ ਜ਼ਿਕਰ ਕੀਤਾ ਹੈ। ਤਾਂ ਪ੍ਰਗਤੀਵਾਦ ਦੀ ਵੀ ਧਾਰਨੀ ਹੋਈ ਹੈ, ਯਾਨੀ ਕਿ ਇਹਦੀ ਪ੍ਰਵਿਰਤੀ ਇਕੱਠੀ ਬਣਦੀ ਹੈ, ਰਲਾ ਇਹਦੀ ਪ੍ਰਵਿਰਤੀ 'ਚ ਰੋਮਾਂਟਿਕ ਪ੍ਰਗਤੀਵਾਦੀ ਧਾਰਾ ਦੀ ਧਾਰਨੀ ਇਹ ਰਹੀ ਹੈ। ਨੈਕਸਟ ਗੱਲ ਕਰਦੇ ਹਾਂ ਜੀ ਆਪਾਂ ਕਾਗਜ਼ ਤੇ ਕੈਨਵਸ ਨਾਮ ਦੇ ਕਾਵਿ ਸੰਗ੍ਰਹਿ ਦੀ। ਇਸ ਪੁਸਤਕ ਤੇ ਇਸ ਨੂੰ ਗਿਆਨਪੀਠ ਪੁਰਸਕਾਰ ਵੀ ਮਿਲਿਆ, ਕਿਉਂਕਿ ਇਸ ਪੁਸਤਕ ਨਾਲ ਇਹ ਆਪਣੇ ਸਿਖਰਲੇ ਮੁਕਾਮ ਤੇ ਪੁੱਜ ਗਈ ਸੀ। ਇਸ ਵਿੱਚ ਜਿਹੜੀਆਂ ਕੁਝ ਕਵਿਤਾਵਾਂ ਨੇ, ਜਿਵੇਂ ਮੈਂ ਜਮਾਂ ਤੂੰ, ਅਤੇ ਜਾਂ ਫਿਰ ਪੁਸਤਕਾਂ ਲਾ ਲਓ, ਇਸ ਤੋਂ ਮਗਰੋਂ ਵੀ ਜਿਹੜੀਆਂ ਪੁਸਤਕਾਂ ਆਈਆਂ, ਮੈਂ ਜਮਾਂ ਤੂੰ ਅਤੇ ਮੈਂ ਤੈਨੂੰ ਫੇਰ ਮਿਲਾਂਗੀ, ਉਹ ਵੀ ਪ੍ਰਕਾਸ਼ਿਤ ਹੋਈਆਂ। ਪਰ ਜਿਹੜੀ ਕਾਗਜ਼ ਤੇ ਕੈਨਵਸ ਹੈ ਉਹ ਇਹਦਾ ਸਿਖਰਲਾ ਮੁਕਾਮ ਹੈ ਇੱਕ ਤਰ੍ਹਾਂ ਦਾ, ਜਿਸ ਨੂੰ ਦੋ ਭਾਗਾਂ ਵਿੱਚ ਵੰਡ ਕੇ ਵੀ ਆਪਾਂ ਵੇਖ ਸਕਦੇ ਹਾਂ। ਇੱਕ ਤਾਂ ਕਾਗਜ਼ ਤੇ ਕੈਨਵਸ ਤੋਂ ਪਹਿਲਾਂ, ਦੂਜਾ ਭਾਗ ਕਾਗਜ਼ ਤੇ ਕੈਨਵਸ। ਅਗਰ ਕਾਗਜ਼ ਤੋਂ ਕੈਨਵਸ ਤੋਂ ਪਹਿਲਾਂ ਵਾਲੇ ਭਾਗ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਇਹ ਇੱਕ ਇਹਦਾ ਪ੍ਰਤੀਨਿਧ ਤੇ ਪ੍ਰਮਾਣਿਕ ਸੰਗ੍ਰਹਿ ਹੈਗਾ, ਜਿਹਦਾ ਆਰੰਭ 1946 ਵਿੱਚ ਕੀਤਾ ਇਹਨੇ। ਪ੍ਰਕਾਸ਼ਿਤ ਹੋਈ ਇਹਦੀ ਆਪਣੀ ਪੁਸਤਕ ਪੱਥਰ ਗੀਟੇ ਨਾਲ ਕਰਦੀ ਹੈ। ਮਤਲਬ ਕਾਗਜ਼ ਤੇ ਕੈਨਵਸ ਤੋਂ ਪਹਿਲਾਂ ਥੋੜ੍ਹਾ ਬਹੁਤਾ ਜ਼ਿਕਰ ਜਿਹੜਾ ਹੋਇਆ ਇਸ ਦੀ ਕਾਵਿ ਬਿਰਤੀ ਦਾ, ਉਹ ਪੱਥਰ ਗੀਟੇ ਤੋਂ ਹੀ ਹੋ ਗਿਆ ਸੀ। ਸਟਾਰਟਿੰਗ 'ਚ ਆਪਾਂ ਗੱਲ ਇਹ ਕਰ ਚੁੱਕੇ ਹਾਂ। ਫਿਰ ਲੰਮੀਆਂ ਵਾਟਾਂ,
ਸਰਗੀ ਵੇਲਾ, ਸੁਨੇੜੇ, ਸਾਰੇ ਆਪਾਂ ਜ਼ਿਕਰ ਕਰ ਚੁੱਕੇ ਹਾਂ। ਅਸ਼ੋਕਾ ਚੇਤੀ, ਕਸਤੂਰੀ, ਨਾਗਮਣੀ ਦੀ ਕਵਿਤਾਵਾਂ ਨੂੰ ਇਹਨੇ ਇਸ ਪਹਿਲੇ ਭਾਗ 'ਚ ਰੱਖਿਆ। ਯਾਨੀ ਕਿ ਕਾਗਜ਼ ਤੇ ਕੈਨਵਸ ਨੂੰ ਦੋ ਭਾਗਾਂ ਵਿੱਚ ਵੰਡ ਕੇ ਆਪਾਂ ਦੇਖੀਏ ਤਾਂ ਉਹਦੇ ਵਿੱਚ ਪੱਥਰ ਗਿੱਟੇ, ਲੰਮੀਆਂ ਵਾਟਾਂ, ਸਰਗੀ ਵੇਲਾ, ਸੁਨੇੜੇ, ਅਸ਼ੋਕਾ ਚੇਤੀ, ਕਸਤੂਰੀ ਤੇ ਨਾਗਮਣੀ ਦੀਆਂ ਕਵਿਤਾਵਾਂ ਸ਼ਾਮਲ ਨੇ। ਯਾਨੀ ਕਿ ਪੱਥਰ ਗਿੱਟੇ ਵਿੱਚੋਂ 4 ਕਵਿਤਾਵਾਂ ਲਈਆਂ ਨੇ ਇਹਨੇ, ਜਦਕਿ ਬਾਕੀ ਸੰਗ੍ਰਹਿ ਪੂਰੇ ਦੇ ਪੂਰੇ ਸ਼ਾਮਿਲ ਕੀਤੇ ਹਨ। ਦੂਜਾ ਭਾਗ ਜਿਹੜਾ ਕਾਗਜ਼ ਤੇ ਕੈਨਵਸ ਦਾ, ਜਿਹਦਾ ਸਿਰਲੇਖ ਵੀ ਕਾਗਜ਼ ਤੇ ਕੈਨਵਸ ਹੈ, ਉਸਨੂੰ ਗਿਆਨਪੀਠ ਪੁਰਸਕਾਰ ਵੀ ਮਿਲਿਆ ਇਸ ਰਚਨਾ ਦੇ ਉੱਤੇ, ਇਸ ਸੰਗ੍ਰਹਿ ਦੇ ਉੱਤੇ। ਕਾਫੀ ਵੱਡਾ ਸੰਗ੍ਰਹਿ ਹੈ। ਦੂਜੇ ਭਾਗ ਦੇ ਵਿੱਚ ਕਾਫੀ ਵੱਡਾ ਕੁਛ ਰੱਖਿਆ ਇਹਨੇ। ਕੁੱਲ ਮਿਲਾ ਕੇ 114 ਕਵਿਤਾਵਾਂ ਇਹਦੇ ਵਿੱਚ ਦਰਜ ਨੇ। ਜ਼ਿਆਦਾਤਰ ਕਵਿਤਾਵਾਂ ਜਿਹੜੀਆਂ ਇਹਦੀਆਂ ਇਸ ਸੰਗ੍ਰਹਿ ਦੀਆਂ ਹੈਗੀਆਂ ਨੇ ਮਨੁੱਖੀ ਅਵਚੇਤਨ ਦੀ ਪੇਸ਼ਕਾਰੀ ਕਰਦੀਆਂ ਨੇ। ਮਨੁੱਖੀ ਅਵਚੇਤਨ ਮਤਲਬ ਮਨੁੱਖ ਕੌਨਸ਼ੀਅਸ ਨਹੀਂ ਹੈਗਾ, ਇੱਕ ਤਰ੍ਹਾਂ ਮਨੁੱਖ ਸੋਚ ਸਮਝ ਕੇ ਨਹੀਂ ਕਰ ਰਿਹਾ, ਧਰਮ ਦੇ ਨਾਂ ਤੇ ਟੁੱਟ ਰਿਹਾ, ਔਰਤਾਂ ਤੇ ਅਤਿਆਚਾਰ ਹੋ ਰਿਹਾ, ਸੋਚ ਸਮਝ ਕੇ ਨਹੀਂ ਕਰ ਰਿਹਾ। ਅਵਚੇਤਨ ਨੂੰ ਇਹਨੇ ਉਹਦੀ ਪੇਸ਼ਕਾਰੀ ਕੀਤੀ ਹੈ, ਮਨੁੱਖੀ ਅਵਚੇਤਨ ਦੀ। ਇੱਕ ਹਾਦਸਾ ਕਵਿਤਾ ਇਸੇ ਸੰਗ੍ਰਹਿ 'ਚ ਆਉਂਦੀ ਹੈ। ਇਸੇ ਤਰ੍ਹਾਂ ਇਹਨੇ ਕੁਝ ਹੋਰ ਵਿਅੰਗ ਕਸੇ ਨੇ ਇਹਦੇ ਵਿੱਚ। ਰਸਮੀ ਆਚਾਰ ਵਿਹਾਰ, ਠੀਕ ਹੈ ਜੀ, ਇੱਕ ਫੋਰਮੈਲਿਟੀ ਜੀ ਕਰਨੀ, ਰਾਜਨੀਤਿਕ ਭ੍ਰਿਸ਼ਟਾਚਾਰ ਨੂੰ ਵੀ ਵਿਅਕਤ ਕੀਤਾ ਹੈ। ਸੁਤੰਤਰਤਾ, ਵਿਸ਼ਾ ਤਾਂ ਰੂਪਮਾਨ ਇਹਦੀ ਸੰਗ੍ਰਹਿ ਆਪਾਂ ਨੂੰ ਇਹਦਾ ਮੁੱਖ ਮੁੱਦਾ ਹੈਗਾ ਹੀ ਸੀ ਜੀ, ਠੀਕ ਹੈ ਜੀ। ਉਸ ਵਿਸ਼ੇ ਨੂੰ ਇਹਨੇ ਮੁੱਖ ਤੌਰ 'ਤੇ ਲਿਆਈ ਸੀ। ਇੱਕ ਲੰਮੀ ਕਵਿਤਾ ਜਿਹੜੀ ਮੈਂ ਤਵਾਰੀਖ ਹਾਂ ਹਿੰਦ ਦੀ, ਇਕਰਾਰਾਂ ਵਾਲੀ ਰਾਤ, ਦਿਲਾਂ ਦੇ ਭੇਤ ਅਤੇ 12 ਮਾਹ, ਇਹ ਕੁਝ ਲੰਮੀਆਂ ਕਵਿਤਾਵਾਂ ਨੇ ਇਸ ਦੀਆਂ, ਜੋ ਆਜ਼ਾਦ ਭਾਰਤ ਦੇ ਸੁਨਹਿਰੀ ਪਲਾਂ ਨੂੰ ਬਿਆਨ ਕਰਦੀਆਂ ਨੇ। 15 ਅਗਸਤ ਬਾਰੇ ਵੀ ਅੰਮ੍ਰਿਤਾ ਪ੍ਰੀਤਮ ਨੇ ਕੁਝ ਕਵਿਤਾਵਾਂ ਲਿਖੀਆਂ ਨੇ। ਆਦਿ ਰਚਨਾ, ਆਦਿ ਚਿੱਤਰ ਆਕਾਰ ਪੱਖੋਂ ਲਘੂ ਕਵਿਤਾਵਾਂ ਨੇ, ਪਰ ਉਹ ਠੀਕ ਮਤਲਬ ਰਚਨਾ ਪੱਖੋਂ ਉਹ ਲਿਖਤ ਰੂਪ ਪੱਖੋਂ ਇੱਕ ਛੋਟੀਆਂ ਕਵਿਤਾਵਾਂ ਨੇ। ਉਹ ਨਾਰੀਵਾਦੀ ਦ੍ਰਿਸ਼ਟੀਕੋਣ ਨੂੰ ਵੀ ਇਸਨੇ ਆਪਣੀ ਕਵਿਤਾਵਾਂ ਵਿੱਚ ਅਪਣਾਇਆ ਹੈ। ਆਪਣੇ ਜੀਵਨ ਦੇ ਆਖਰੀ ਵਰਿਆਂ ਵਿੱਚ ਫਿਰ ਇਹ ਤੀਜੇ ਪੜਾਅ ਵਿੱਚ ਆ ਜਾਂਦੀ ਹੈ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ 3 ਪੜਾਵਾਂ ਵਿੱਚ ਆਪਾਂ ਇਹਦੀ ਕਵਿਤਾ ਨੂੰ ਦੇਖ ਸਕਦੇ ਹਾਂ। ਇੱਕ ਤਾਂ ਪਰੰਪਰਾਗਤ, ਰਵਾਇਤੀ ਜਾਂ ਆਦਰਸ਼ਵਾਦੀ ਰੰਗਤ ਕਹਿ ਲਓ। ਦੂਜਾ ਪੜਾਅ ਇਹਦਾ ਪ੍ਰਗਤੀਵਾਦੀ, ਜਦੋਂ ਇਹਦੇ ਅੰਦਰ ਕਟਾਕਸ਼ ਆਉਣ ਲੱਗ ਗਿਆ, ਵਿਅੰਗ ਸ਼ੈਲੀ ਇਹਦੇ ਅੰਦਰ ਆਉਣ ਲੱਗ ਗਈ, ਉਹ ਪੜਾਅ ਹੋ ਗਿਆ। ਤੀਜਾ ਪੜਾਅ ਫਿਰ ਜਦੋਂ ਇਹ ਆਤਮਮੁਖੀ ਹੋ ਜਾਂਦੀ ਹੈ, ਯਾਨੀ ਕਿ ਰੱਬੀ ਪਛਾਣ ਦੀ ਗੱਲ ਕਰਨ ਲੱਗ ਜਾਂਦੀ ਹੈ, ਮਾਰਫਤ ਦੀ ਗੱਲ ਕਰਨ ਲੱਗ ਜਾਂਦੀ ਹੈ, ਤਾਂ ਉਸ ਤਰ੍ਹਾਂ ਦੀਆਂ ਕਵਿਤਾਵਾਂ ਇਹਨੇ ਰਚੀਆਂ ਨੇ, ਜਿਨ੍ਹਾਂ ਵਿੱਚ ਵਾਹ ਸੱਜਣ, ਰੱਬ ਖੈਰ ਕਰੇ, ਕੁਝ ਸੂਫੀਵਾਦ, ਰਹੱਸਵਾਦ ਵਾਲੀਆਂ ਕਵਿਤਾਵਾਂ ਦਰਜ ਨੇ। ਜਦੋਂ ਪਰਸਨ ਆਤਮਮੁਖੀ ਹੋ ਜਾਂਦਾ ਹੈ ਤਾਂ ਸਪਸ਼ਟ ਹੈ ਕਿ ਉਹ ਰਹੱਸਵਾਦ ਦੇ ਅੰਤਰਗਤ ਥੋੜ੍ਹਾ ਜਿਹਾ ਢਲ ਜਾਂਦਾ ਹੁੰਦਾ ਹੈ। ਇਸ ਤਰ੍ਹਾਂ ਅੰਮ੍ਰਿਤਾ ਪ੍ਰੀਤਮ ਦੀ ਜਿਹੜੀ ਯਾਤਰਾ ਹੈ ਉਹਦੇ ਆਪੇ ਤੋਂ ਸ਼ੁਰੂ ਹੁੰਦੀ ਹੈ, ਠੀਕ ਹੈ ਜੀ। ਸਿਰਫ ਆਪੇ ਤੋਂ, ਯਾਨੀ ਕਿ ਛੋਟੇ ਦਾਇਰੇ ਤੋਂ ਸ਼ੁਰੂ ਹੁੰਦੀ ਹੈ, ਨਿੱਜ ਤੋਂ ਸ਼ੁਰੂ ਹੁੰਦੀ ਹੈ, ਜੋ ਕਿ ਬਾਅਦ ਵਿੱਚ ਜਾ ਕੇ ਇੱਕ ਮਹਾ ਆਪੇ ਦਾ ਰੂਪ ਧਾਰਨ ਕਰ ਲੈਂਦੀ ਹੈ। ਮਤਲਬ ਪੂਰੇ ਦੇਸ਼ ਤੱਕ ਦੀ ਗੱਲ ਇਹ ਕਰਨ ਲੱਗ ਜਾਂਦੀ ਹੈ। ਨੈਕਸਟ ਤੇ ਆਪਾਂ ਆਖਰੀ ਸੰਗ੍ਰਹਿ ਦੀ ਅੱਜ ਗੱਲ ਕਰਾਂਗੇ ਇਸ ਬਾਰੇ। 6 ਰੁੱਤਾਂ। 6 ਰੁੱਤਾਂ ਇਹਨਾਂ ਦਾ 1969 ਵਿੱਚ ਪ੍ਰਕਾਸ਼ਿਤ ਹੋਇਆ ਕਾਵਿ ਸੰਗ੍ਰਹਿ ਹੈ। ਕਾਗਜ਼ ਤੇ ਕੈਨਵਸ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ, 1970 ਦੇ ਵਿੱਚ ਪ੍ਰਕਾਸ਼ਿਤ ਹੋਇਆ। ਤਾਂ 6 ਰੁੱਤਾਂ ਜਿਹੜਾ ਹੈਗਾ 1969 ਵਿੱਚ ਪ੍ਰਕਾਸ਼ਿਤ ਹੋਇਆ। ਇਹ ਇਹਨਾਂ ਦਾ ਇੱਕ ਚੋਣਵਾਂ ਕਾਵਿ ਸੰਗ੍ਰਹਿ ਹੈ। ਮਤਲਬ ਪਿਛਲੇ ਸੰਗ੍ਰਹਿਾਂ ਦੀ ਕਵਿਤਾਵਾਂ ਦੀ ਚੋਣ ਕਰਕੇ ਹੀ ਇਹਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਨੇ, ਤੇ ਟੋਟਲ 78 ਚੋਣਵੀਆਂ ਕਵਿਤਾਵਾਂ ਚੁਣੀਆਂ ਗਈਆਂ ਨੇ। ਪੱਥਰ ਗੀਟੇ ਤੋਂ ਲੈ ਕੇ ਕਾਗਜ਼ ਤੇ ਕੈਨਵਸ ਤੱਕ ਜਿੰਨੀਆਂ ਵੀ ਕਵਿਤਾਵਾਂ ਆਈਆਂ ਨੇ, ਮਤਲਬ ਉਹਦੇ ਵਿੱਚੋਂ ਕੁਛ ਹਰ ਸੰਗ੍ਰਹਿ ਤੋਂ ਲੈ ਕੇ ਟੋਟਲ 78 ਕਵਿਤਾਵਾਂ ਦੀ ਚੋਣ ਕਰਕੇ ਇਹ ਸੰਗ੍ਰਹਿ ਪ੍ਰਕਾਸ਼ਿਤ ਕਰਵਾਇਆ ਗਿਆ 6 ਰੁੱਤਾਂ ਸਿਰਲੇਖ ਹੇਠ 1969 ਈਸਵੀ ਦੇ ਵਿੱਚ। ਪੱਥਰ ਗਿੱਟੇ ਚੋਂ 3 ਕਵਿਤਾਵਾਂ ਲਈਆਂ, ਲੰਮੀਆਂ ਵਾਟਾਂ ਚੋਂ 3 ਲਈਆਂ, ਸਰਗੀ ਵੇਲਾ ਚੋਂ 1 ਲਈ। ਇਹ ਇੰਨਾ ਇੰਪੋਰਟੈਂਟ ਨਹੀਂ ਹੈਗਾ ਕਿ ਕਿੱਥੋਂ ਕਿੰਨੀਆਂ ਕਵਿਤਾਵਾਂ ਲਈਆਂ, ਪਰ ਜ਼ਿਆਦਾਤਰ ਕਵਿਤਾਵਾਂ ਇਹਨੇ 6 ਰੁੱਤਾਂ ਚੋਣਵੇਂ ਸੰਗ੍ਰਹਿ ਲਈ ਕਾਗਜ਼ ਤੇ ਕੈਨਵਸ
ਵਾਲੀਆਂ ਹੀ ਚੁਣੀਆਂ। ਹੁਣ 6 ਰੁੱਤਾਂ ਯਾਨੀ ਕਿ ਰੁੱਤਾਂ ਦੀ ਗੱਲ ਹੈ ਤਾਂ ਇਹਦੇ ਵਿੱਚ 6 ਰੁੱਤਾਂ ਦਾ ਜਿਹੜਾ ਆਗਾਜ਼ ਕੀਤਾ ਹੈ, ਜਿਹੜੀ ਸਟਾਰਟਿੰਗ ਕੀਤੀ ਹੈ ਚੇਤਰ ਵਿਸਾਖ ਤੋਂ ਕੀਤੀ ਹੈ ਜੀ। ਇਹਦਾ ਆਰੰਭ ਆਪਣੀ ਸਵੈ ਜੀਵਨੀ ਰਸੀਦੀ ਟਿਕਟ ਵਿੱਚ ਵੀ ਇਸਨੇ ਚੇਤਰ ਮਹੀਨੇ ਨੂੰ ਹੀ ਮਹਿਬੂਬ ਨਾਲ ਮਿਲਣ ਦਾ ਮਹੀਨਾ ਪੇਸ਼ ਕੀਤਾ ਹੈ ਕਿ ਆਨੰਦਿਤ ਮਹੀਨਾ ਚੇਤਰ ਦਾ ਹੀ ਹੈ ਜਦੋਂ ਮਹਿਬੂਬ ਨਾਲ ਮਿਲਾਪ ਹੁੰਦਾ ਹੈ। ਸਵੈ ਜੀਵਨੀ ਰਸੀਦੀ ਟਿਕਟ ਵਿੱਚ ਵੀ ਇਹੀ ਗੱਲ ਕਰਦੀ ਹੈ ਤੇ 6 ਰੁੱਤਾਂ ਦਾ ਸੰਗ੍ਰਹਿ ਦਾ ਆਗਾਜ਼ ਵੀ ਇਹ ਚੇਤਰ, ਖਾਸ ਤੌਰ 'ਤੇ ਚੇਤਰ ਤੇ ਨਾਲ ਵਿਸਾਖ ਤੋਂ ਕਰਦੀ ਹੈ। ਜੇਠ ਹਾੜ ਨੂੰ ਇਹ ਬੁਰਾ ਸਮਾਂ ਮੰਨਦੀ ਹੈ ਕਿਉਂਕਿ ਇਹ ਸਮਝਦੀ ਹੈ ਕਿ ਉਦੋਂ ਵਿਛੋੜੇ ਦਾ ਸੇਕ ਲੱਗੂਗਾ, ਵਿਛੋੜਾ ਹੋਊਗਾ ਪ੍ਰੀਤਮ ਨਾਲੋਂ। ਸੌਣ ਭਾਦੋਂ ਨੂੰ ਆਨੰਦਿਤ ਮੰਨਦੀ ਹੈ ਤੇ ਆਤੰਕਿਤ ਦੋਨੋਂ ਮੰਨਦੀ ਹੈ ਕਿ ਉੱਥੇ ਆਨੰਦ ਵੀ ਹੈ, ਆਤੰਕ ਵੀ ਹੈ, ਭਾਵ ਅਤਿਆਚਾਰ ਵੀ ਹੋਣਾ ਔਰਤਾਂ ਉੱਤੇ। ਤਾਂ ਉਸ ਮੌਸਮ ਨੂੰ ਇਹ ਜਿਹੜਾ ਹੈਗਾ ਇਹ ਦੋਨੋਂ ਤਰ੍ਹਾਂ ਦਾ ਮੰਨਦੀ ਹੈ, ਆਨੰਦਿਤ ਵੀ ਤੇ ਆਤੰਕਿਤ ਵੀ। ਹੁਣ ਕਿਉਂਕਿ ਪ੍ਰੇਮ ਅਨੁਭਵ ਸਟਾਰਟਿੰਗ ਤੋਂ ਸੀ ਤਾਂ ਇਹਦਾ ਸਭ ਤੋਂ ਵੱਧ ਆਨੰਦਮਈ ਮੰਨਦੀ ਵੀ ਉਸ ਨੂੰ ਹੀ ਹੈ ਕਿ ਜਦੋਂ ਮਹਿਬੂਬ ਨਾਲ ਹੁੰਦਾ ਉਹ ਸਮਾਂ ਸਭ ਤੋਂ ਵੱਧ ਆਨੰਦਮਈ ਹੁੰਦਾ ਹੈ। ਪਰ ਜਦੋਂ ਉਹ ਵਿਛੜ ਜਾਂਦਾ ਹੈ ਤਾਂ ਇਸਤਰੀ ਲਈ ਇੱਕ ਤਰ੍ਹਾਂ ਦਾ ਆਤੰਕ ਵਾਲਾ ਸਮਾਂ ਹੁੰਦਾ ਹੈ ਜਦੋਂ ਉਹਦਾ ਵਿਛੋੜਾ ਹੋ ਜਾਂਦਾ ਹੈ। ਅੱਸੂ ਕੱਤਕ ਦੇ ਮਹੀਨੇ ਨੂੰ ਇਹ ਪ੍ਰੀਤਮ ਦੇ ਸੁਨੇਹੇ ਦਾ ਸਮਾਂ ਮੰਨਦੀ ਹੈ ਕਿ ਇਸ ਮਹੀਨੇ ਵਿੱਚ ਜਾ ਕੇ ਕਿਤੇ ਪ੍ਰੀਤਮ ਦਾ ਸੁਨੇਹਾ ਆਏਗਾ, ਫਿਰ ਉਹ ਉਹਦੇ ਨਾਲ ਮਿਲੇਗੀ। ਇਸ ਤਰ੍ਹਾਂ ਵੱਖ-ਵੱਖ ਮਹੀਨਿਆਂ ਨੂੰ ਇਹਨੇ ਵੱਖ-ਵੱਖ ਵਿਸ਼ਿਆਂ ਨਾਲ ਮਤਲਬ ਕੁਛ ਕੰਸੈਪਟ ਧਾਰਨਾ ਬਣਾਈ ਹੈ ਉਹਦੇ ਪ੍ਰਤੀ, ਵੱਖ-ਵੱਖ ਮਹੀਨਿਆਂ ਪ੍ਰਤੀ, ਦੇਸੀ ਮਹੀਨਿਆਂ ਪ੍ਰਤੀ। ਮੱਘਰ ਪੋਹ ਨੂੰ ਇਹ ਇੱਕ ਆਦਰਸ਼ਵਾਦੀ ਸਮਾਂ ਮੰਨਦੀ ਹੈ ਜੀ। ਵਚਨਬੱਧਤਾ, ਵਚਨ ਦੇ ਕਰਨਾ ਕਿ ਸਾਥ ਨਿਭਾਵਾਂਗੇ ਇਕੱਠੇ, ਉਸ ਤਰ੍ਹਾਂ ਦਾ ਕੁਛ ਮੰਨਦੀ ਹੈ ਇਹ। ਮਾਘ ਫੱਗਣ ਨੂੰ ਇਹ ਮੰਗਲਮਈ ਸਮਾਂ ਮੰਨਦੀ ਹੈ ਕਿ ਰੁੱਤ ਜਿਹੜੀ ਹੈਗੀ ਹੈ ਨਵੀਂ ਆਊਗੀ, ਠੀਕ ਹੈ ਜੀ, ਨਵੀਂ ਕਰਵਟ ਲਊਗੀ। ਅਗਰ ਪ੍ਰੇਮ ਪੱਖੋਂ ਦੇਖੀਏ ਤਾਂ ਉਹਦੇ ਪ੍ਰੇਮੀ ਦੇ ਮਿਲ ਕੇ ਮਿਲੂਗਾ, ਨਵੀਂ ਰੁੱਤ ਆਊਗੀ। ਅਗਰ ਵਿਅੰਗਾਤਮਕ ਦ੍ਰਿਸ਼ਟੀ ਤੋਂ ਦੇਖੀਏ, ਪ੍ਰਗਤੀਸ਼ੀਲਤਾ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਉਹਦੇ ਵਿੱਚ ਇਹ ਮੰਗਲਮਈ ਤਾਂ ਕਹਿ ਰਹੀ ਹੈ ਕਿ ਜਿੱਥੇ ਔਰਤ ਨੂੰ ਦਰਜਾ ਨਹੀਂ ਮਿਲ ਰਿਹਾ ਹੁਣ ਬਰਾਬਰੀ ਦਾ, ਉਹ ਸਮਾਂ ਆਊਗਾ ਜਦੋਂ ਔਰਤ ਵੀ ਮਰਦ ਦੇ ਬਰਾਬਰ ਜਾ ਕੇ ਠਹਿਰੂਗੀ। ਇਸ ਤਰ੍ਹਾਂ ਇਸ ਸੰਗ੍ਰਹਿ ਵਿੱਚ ਇਸਨੇ ਵੱਖ-ਵੱਖ ਵਿਸ਼ਿਆਂ ਨੂੰ ਰੂਪਮਾਨ ਕੀਤਾ ਹੈ। ਤਾਂ ਅਖੀਰ ਵਿੱਚ ਆਪਾਂ ਗੱਲ ਕਰਾਂਗੇ ਕਿ ਅੰਮ੍ਰਿਤਾ ਪ੍ਰੀਤਮ ਨੇ ਆਪਣੇ ਕਾਵਿ ਸੰਸਾਰ ਨੂੰ, ਜੋ ਕਾਵਿਕ ਵਿਕਾਸ ਨੂੰ 4 ਪੜਾਵਾਂ ਵਿੱਚ ਵੰਡ ਕੇ ਪੇਸ਼ ਕੀਤਾ ਹੈ। ਅਚੇਤਨਤਾ, ਚੇਤਨਤਾ ਜਦੋਂ ਬੰਦਾ ਪੂਰਾ ਕੋਨਸ਼ੀਅਸ ਹੋ ਜਾਂਦਾ ਹੈ। ਦਲੇਰੀ ਦੀ ਗੱਲ ਇਹਨੇ ਕੀਤੀ ਹੈ ਕਿਉਂਕਿ ਜਦ ਵਾਰਿਸ ਸ਼ਾਹ ਵਰਗੇ ਨੂੰ ਇਹਨੇ ਕਹਿਤਾ ਸੀ ਕਿ ਹੁਣ ਬੋਲ ਤੂੰ, ਜਦੋਂ ਸੰਸਾਰ ਦੇ ਵਿੱਚ ਇਸਤਰੀ ਉੱਤੇ ਜ਼ੁਲਮ ਹੋ ਰਿਹਾ, ਜਦੋਂ 47 ਦੀ ਵੰਡ ਹੋਈ ਸੀ ਤਾਂ ਇੱਕ ਤਰ੍ਹਾਂ ਦਲੇਰੀ ਵੀ ਇਹਨੇ ਦਿਖਾਈ ਹੈ, ਵਾਰਿਸ ਸ਼ਾਹ ਵਰਗੇ ਨੂੰ ਵੰਗਾਰਿਆ ਹੈ। ਇਕੱਲਤਾ, ਲਾਸਟ 'ਚ ਆ ਕੇ ਇਹ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਇਹ ਮਨ ਬਚਨੀ ਹੋ ਜਾਂਦੀ ਹੈ, ਅੰਤਰਮੁਖੀ ਹੋ ਜਾਂਦੀ ਹੈ। ਜਦੋਂ ਬੰਦਾ ਅੰਤਰਮੁਖੀ ਹੋ ਜਾਂਦਾ ਹੈ ਤਾਂ ਉਹ ਰਹੱਸਵਾਦ ਨਾਲ ਜੁੜਨ ਲੱਗ ਜਾਂਦਾ ਹੈ। ਉਹਦੇ ਲਈ ਪਰਮਾਤਮਾ ਹੀ ਸਿਰਫ ਪਰਮਾਤਮਾ ਦਾ ਨਾਮ ਜਪਣ ਲੱਗ ਜਾਂਦਾ, ਉਹ ਰੱਬੀ ਇਸ਼ਕ ਦੀ ਗੱਲ ਕਰਨ ਲੱਗ ਜਾਂਦਾ ਹੈ, ਇਸ਼ਕ ਮਜਾਜੀ ਤੋਂ ਇਸ਼ਕ ਹਕੀਕੀ ਦਾ ਸਫ਼ਰ ਤੈਅ ਕਰਨ ਲੱਗ ਜਾਂਦਾ ਹੈ। ਤਾਂ ਇਸ ਤਰ੍ਹਾਂ ਇਹਨੇ ਸਾਰੀ ਉਮਰ ਯਾਨੀ ਕਿ ਮੁਹੱਬਤ ਤੇ ਮਾਨਵੀ ਸੰਵੇਦਨਾ ਦੇ ਗੀਤ ਗਾਏ ਨੇ। ਆਪਾਂ ਅਖੀਰ 'ਚ ਇਹੀ ਕਹਿ ਸਕਦੇ ਹਾਂ ਕਿ ਸਾਰੀ ਉਮਰ ਇਸਨੇ ਮੁਹੱਬਤ ਤੇ ਮਾਨਵੀ ਸੰਵੇਦਨਾ ਦੇ ਗੀਤ ਗਾਉਂਦੀ ਰਹੀ ਹੈ ਜੀ। ਠੀਕ ਹੈ ਜੀ, ਉਮੀਦ ਹੈ ਅੱਜ ਦਾ ਲੈਕਚਰ ਵੀ ਤੁਹਾਨੂੰ ਬਹੁਤ ਹੀ ਸਪਸ਼ਟ ਹੋ ਜਾਵੇਗਾ ਕਿਉਂਕਿ ਮੈਂ ਬਹੁਤ ਡੂੰਘਾਈ 'ਚ ਇਹਨੂੰ ਪੇਸ਼ ਕੀਤਾ। ਕੁਝ ਡਾਊਟ ਜੇ ਰਹਿ ਜਾਣਗੇ ਤਾਂ ਉਹ ਆਪਾਂ ਡਾਊਟ ਸੈਸ਼ਨ 'ਚ ਕਲੀਅਰ ਕਰ ਲਵਾਂਗੇ। ਤੇ ਜਾਂਦੇ ਜਾਂਦੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੀ, ਤੁਸੀਂ ਇੰਨਾ ਪਿਆਰ ਦੇ ਰਹੇ ਹੋ, ਸਤਿਕਾਰ ਦੇ ਰਹੇ ਹੋ, ਲੈਕਚਰ ਤੁਹਾਨੂੰ ਪਸੰਦ ਆ ਰਹੇ ਨੇ। ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਦਾ ਭਲਾ ਹੋ ਸਕੇ। ਮੈਂ ਉਹੀ ਗੱਲ ਦੁਹਰਾਊਂਗਾ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਹੁਣ ਮੈਨੂੰ ਇਜਾਜ਼ਤ ਦਿਓ ਜੀ, ਧੰਨਵਾਦ।